ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਦੇ ਕੱਲ ਦੇ ਪੱਤਰ ਤੋਂ ਬਾਅਦ ਮੁੱਖ ਮੰਤਰੀ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਗਵਰਨਰ ਨੂੰ ਸਿੱਧਾ ਸੰਬੋਧਿਤ ਹੁੰਦੇ। ਕੀ ਇਹੀ ਤਰੀਕਾ ਹੈ ਗਵਰਨਰ ਵੱਲੋਂ ਉਠਾਏ ਮੁੱਦਿਆਂ ਨੂੰ ਐਡਰੈਸ ਕਰਨ ਦਾ? ਕੀ ਮੁੱਖ ਮੰਤਰੀ ਇੱਕ ਸਿਆਸੀ ਲੜਾਈ ਲੜ ਰਹੇ ਆ ਜਾਂ ਇਹ ਨਿੱਜੀ ਲੜਾਈ ਵਿੱਚ ਮੰਨੀ ਜਾਊਗੀ? ਕੀ 3.5 ਕਰੋੜ ਪੰਜਾਬੀਆਂ ਦੇ ਮੈਂਡੇਟ ਨੂੰ ਗਵਰਨਰ ਮੰਨਣ ਤੋਂ ਇਨਕਾਰੀ ਨੇ? ਕੀ ਗਵਰਨਰ ਵੱਲੋਂ ਜਿਹੜੇ ਸਵਾਲ ਉਠਾਏ ਗਏ ਨੇ ਧਾਰਾ 356 ਦੇ ਇਸ ਸੰਦਰਭ ਦੇ ਵਿੱਚ ਮੁੱਖ ਮੰਤਰੀ ਜੋ ਕਹਿ ਰਹੇ ਨੇ ਤਰਕਸੰਗਤ ਹੈ? ਇਹੀ ਜਵਾਬ ਬਣਦਾ ਸੀ। ਪੰਜਾਬੀ ਬੜੀ ਨੀਝ ਨਾਲ ਦੇਖ ਰਹੇ ਨੇ ਕਿ ਹੋ ਕੀ ਰਿਹਾ। ਇਹ ਪੋਲਿਟਿਕਸ ਦਾ ਕਿਸੇ ਡੂੰਗੀ ਪੋਲਿਟਿਕਸ ਦਾ ਇੱਕ ਹਿੱਸਾ ਹੈ ਜਾਂ ਇਹ ਵਿਅਕਤੀਗਤ ਲੜਾਈਆਂ ਨੇ? ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਰਾਜਸਥਾਨ ਤੋਂ ਇਲੈਕਸ਼ਨ ਲੜਨ ਦਾ ਸੱਦਾ ਦੇ ਦਿੰਦੇ ਆ ਔਰ ਨਾਲ ਦੀ ਨਾਲ ਉਹ ਇਸ ਗੱਲ ਦੇ ਵਿੱਚ ਬੀਜੇਪੀ ਤੇ ਨਿਸ਼ਾਨਾ ਜ਼ਿਆਦਾ ਤਿੱਖੇ ਰੂਪ 'ਚ ਨਹੀਂ ਲਾਉਂਦੇ। ਹਾਲਾਂਕਿ ਇਹ ਲੜਾਈ ਨੂੰ ਆਮ ਤੌਰ ਤੇ ਦੂਜੀਆਂ ਸਟੇਟਾਂ ਦੇ ਵਿੱਚ ਸਿਆਸੀ ਲੜਾਈ ਮੰਨਿਆ ਜਾਂਦਾ, ਇੱਥੇ ਇਹ ਬਿਲਕੁਲ ਵਿਅਕਤੀਗਤ ਲੱਗ ਰਹੀ ਹੈ। ਸੋ ਸਭ ਤੋਂ ਪਹਿਲਾਂ ਸਮਝਣ ਦਾ ਯਤਨ ਕਰਦੇ ਹਾਂ। ਸਰਦਾਰ ਜਗਤਾਰ ਸਿੰਘ ਜੀ, ਸਰਦਾਰ ਹਮੀਰ ਸਿੰਘ ਜੀ ਸੀਨੀਅਰ ਜਰਨਲਿਸਟ ਨੇ, ਮੇਰੇ ਨਾਲ ਨੇ। ਸਮਝਦੇ ਆ ਕਿ ਦਰਅਸਲ ਇਹ ਜਿਹੜਾ ਕੱਲ ਦਾ ਪੱਤਰ ਸੀ ਉਹਦੇ ਜਵਾਬ ਵਿੱਚ ਮੁੱਖ ਮੰਤਰੀ ਦਾ ਇਹ ਲਹਿਜਾ ਔਰ ਇਹ ਸੰਬੋਧਨ ਕੀ ਸਾਰੇ ਮਾਮਲੇ ਦਾ ਹੱਲ ਹੈ? ਕਿ ਇੱਕ ਪੱਤਰ ਦੇ ਜਵਾਬ ਵਿੱਚ ਇੱਕ ਪੱਤਰ ਨਹੀਂ ਸੀ ਜਾਣਾ ਚਾਹੀਦਾ? ਕਿ ਅਮਨ ਕਾਨੂੰਨ ਦੀ ਸਥਿਤੀ ਤੇ ਉਠਾਏ ਸਵਾਲ ਜੇਕਰ ਬਿਹਤਰ ਹੁੰਦਾ ਕਿ ਪੁਲਿਸ ਰਿਪੋਰਟ ਨਾਲ ਲਾ ਕੇ ਭੇਜਤੇ ਜਾਂਦੇ? ਔਰ ਕੀ ਇੰਜ ਨਹੀਂ ਸੀ ਸੰਭਵ ਕਿ ਨਸ਼ਿਆਂ ਦੇ ਉੱਤੇ ਹੈਲਥ ਦੀ ਔਰ ਗ੍ਰਹਿ ਵਿਭਾਗ ਦੀ ਇੱਕ ਰਿਪੋਰਟ ਨਾਲ ਦਿੱਤੀ ਜਾਂਦੀ ਗਵਰਨਰ ਪੰਜਾਬ ਨੂੰ? ਇਸ ਲੜਾਈ ਨੂੰ ਮੁਕਾਉਣ ਦੀ ਬਜਾਏ ਹੋਰ ਲੰਬਾ ਖਿੱਚਦਾ ਦੇਖ ਰਹੇ ਅਸੀਂ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਕਿਵੇਂ ਸਮਝਿਆ ਇਹ ਲੜਾਈ ਸਿਆਸਤ ਤੱਕ ਦੀ ਹੈ? ਜੇ ਅਸੀਂ ਦੂਜੇ ਜਿੰਨੇ ਸਟੇਟ ਹੈਗੇ ਨੇ, ਦੂਜੇ ਸੂਬੇ ਨੇ, ਜੇ ਉਸ ਸੰਦਰਭ ਵਿੱਚ ਦੇਖੀਏ, ਲੇਕਿਨ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਨਾਮ ਗਵਰਨਰ ਹੋ ਗਈ ਆ, ਸਰਕਾਰ ਬਨਾਮ ਕੇਂਦਰ ਨਹੀਂ ਹੋਈ, ਤੇ ਨਾ ਹੀ ਇਹ ਆਮ ਆਦਮੀ ਪਾਰਟੀ ਬਨਾਮ ਭਾਰਤੀ ਜਨਤਾ ਪਾਰਟੀ ਹੋਈ ਆ। ਇੱਥੇ ਵਿਅਕਤੀਗਤ ਦੀ ਗੱਲ ਲੱਗਦੀ ਹੈ। ਤੁਸੀਂ ਜੋ ਜਵਾਬ ਦਿੱਤਾ ਮੁੱਖ ਮੰਤਰੀ ਨੇ ਉਹਦੇ ਤੋਂ ਸੈਟੀਸਫਾਈਡ ਹੋ? ਤੁਹਾਨੂੰ ਲੱਗਦਾ ਕਿ ਇਹੀ ਜਵਾਬ ਬਣਦਾ ਸੀ? ਬਰੀਫਲੀ ਪਹਿਲਾਂ ਜਿਹੜੀ ਗੱਲ ਕੱਲ ਇਸ਼ੂਸ ਟੇਕ ਅਪ ਕੀਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ, ਤੇ ਉਹਨਾਂ ਨੇ ਚਿੱਠੀ ਲਿਖੀ ਸੀ 4 ਪੇਜ ਦੀ। ਇਸ਼ੂਸ ਤਾਂ ਆਪਣੀ ਥਾਂ ਤੇ ਹੈਗੇ, ਲੇਕਿਨ ਉਹਦੇ ਅਖੀਰਲੇ ਪੈਰੇ ਦੇ ਵਿੱਚ ਉਹਨਾਂ ਨੇ ਇੱਕ ਥ੍ਰੈਟ ਇਹਨਾਂ ਨੂੰ ਦਿੱਤੀ ਸੀਗੀ ਜਿਹੜੀ ਅਨਪ੍ਰੈਸੀਡੈਂਟਡ ਹੈ। ਪੰਜਾਬ ਦੇ ਵਿੱਚ ਕਦੇ ਇਹ ਗੱਲ ਪਹਿਲਾਂ ਨਹੀਂ ਦੇਖੀ ਗਈ। ਉਹ ਕਹਿੰਦੇ ਵੀ ਮੈਂ ਜੇ ਤੁਸੀਂ ਜੋ ਕੁਛ ਮੈਂ ਮੰਗ ਰਿਹਾ ਤੁਸੀਂ ਮੈਨੂੰ ਨਹੀਂ ਦਿਓਗੇ, ਜਾਂ ਜਿਹੜਾ ਲਾਅ ਐਂਡ ਆਰਡਰ ਹੈ ਕੋਲੈਪਸ ਕਰ ਰਿਹਾ ਹੈ, ਤੇ ਮੈਂ ਇੱਥੇ ਅੰਡਰ 356 ਤੁਹਾਡੀ ਸਰਕਾਰ ਡਿਸਮਿਸ ਕਰ ਦੂੰਗਾ। ਇਹ ਸਿੱਧੀ ਥ੍ਰੈਟ ਹੈ। ਤੇ ਇਹ ਬੇਸਿਕ ਇਹ ਪ੍ਰੋਵੋਕੇਸ਼ਨ ਹੈ ਜਿਹੜੀ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹ ਇੱਥੋਂ ਗੱਲ ਸ਼ੁਰੂ ਹੁੰਦੀ ਹੈ। ਜੇ ਸਿਰਫ ਚਿੱਠੀਆਂ ਦੇ ਜਵਾਬ ਮੰਗੇ ਜਾਂਦੇ, ਜੇ ਗਵਰਨਰ ਸਾਹਿਬ ਜਿਵੇਂ ਪਹਿਲਾਂ ਚਿੱਠੀਆਂ ਲਿਖਦੇ ਹੁੰਦੇ ਹੈ ਉਹ ਰਿਪੀਟ ਕਰ ਦਿੰਦੇ ਕਿ ਮੈਂ ਆਹ ਚਿੱਠੀਆਂ ਪਹਿਲਾਂ ਲਿਖ ਚੁੱਕੇ ਹਾਂ ਤੇ ਮੈਨੂੰ ਇਹਨਾਂ ਇਸ਼ੂਜ਼ ਦੇ ਜਵਾਬ ਹੁਣ ਤੱਕ ਨਹੀਂ ਮਿਲੇ, ਤੇ ਕਿਰਪਾ ਕਰਕੇ ਉਹ ਜਵਾਬ ਇਮੀਡੀਏਟਲੀ ਭੇਜੇ ਜਾਣ, ਫਿਰ ਗੱਲ ਚਿੱਠੀਆਂ ਦਾ ਜਵਾਬ ਚਿੱਠੀਆਂ ਦੇ ਵਿੱਚ ਮੁੱਕ ਜਾਂਦਾ ਸੀਗਾ। ਜਦੋਂ ਉਹਨਾਂ ਨੇ 356 ਲਾਉਣ ਦੇ ਥ੍ਰੈਟ ਕਰਤੇ ਤੇ ਉਸ ਤੋਂ ਬਾਅਦ ਗੱਲ ਸਿਰਫ ਚਿੱਠੀ ਤੇ ਨਹੀਂ ਮੁੱਕਦੀ। ਹੁਣ ਲੜਾਈ ਇਹ ਸਿਆਸੀ ਹੈ। ਇਹ ਲੜਾਈ ਸਿਰਫ ਬਨਵਾਰੀ ਲਾਲ ਪੁਰੋਹਿਤ ਤੇ ਭਗਵੰਤ ਮਾਨ ਦਾ ਸਿਰਫ ਈਗੋ ਕਲੈਸ਼ ਨਹੀਂ ਕਿਹਾ ਜਾ ਸਕਦਾ। ਇਹਦੇ ਪਿੱਛੇ ਮੇਰੇ ਖਿਆਲ 'ਚ ਕੋਈ ਡਿਜ਼ਾਈਨ ਜਿਹੜਾ ਹੈਗਾ ਉਹ ਡੀਪਰ ਹੈ। 2024 ਇਲੈਕਸ਼ਨਾਂ ਨੇੜੇ ਆ ਰਹੀਆਂ ਤੇ ਹਿੰਦੁਸਤਾਨ ਦੇ ਵਿੱਚ ਕਈ ਤਰੀਕੇ ਦੀ ਸਿਆਸਤ ਚੱਲ ਰਹੀ ਹੈ। ਅੱਜ ਇਹਨਾਂ ਨੇ ਜਿਹੜਾ ਜਵਾਬ ਦਿੱਤਾ, ਮੈਂ ਬਰੀਫਲੀ ਉਹਦੀ ਗੱਲ ਕਰੂੰਗਾ। ਇਹਨਾਂ ਨੇ ਪਹਿਲੀ ਗੱਲ ਕੀਤੀ ਕਿ ਜਿਹੜਾ ਮੈਂਡੇਟ ਹੈ ਲੋਕਾਂ ਦਾ ਉਹ ਮੇਰੇ ਨਾਲ ਹੈ। ਮੈਂ ਨਾਲ ਹੀ ਗੱਲ ਕਲੀਅਰ ਕਰਨਾ ਚਾਹੂੰਗਾ, ਗੱਲ ਭਗਵੰਤ ਮਾਨ ਜਾਂ ਪੰਜਾਬ ਦੀ ਨਹੀਂ ਹੈ। ਹਰ ਇਲੈਕਟਡ ਗੌਰਮੈਂਟ ਦੇ ਵਿੱਚ ਜਿਹੜਾ ਮੈਂਡੇਟ ਹੁੰਦਾ ਹੈ ਉਹ ਚੀਫ ਮਿਨਿਸਟਰ ਨਾਲ ਹੁੰਦਾ ਹੈ। ਉਹ ਗਵਰਨਰ ਕੋਲ ਮੈਂਡੇਟ ਨਹੀਂ ਹੁੰਦਾ। ਗਵਰਨਰ ਇੱਕ ਕੰਸਟੀਟਿਊਸ਼ਨਲ ਪੋਸਟ ਹੈ ਜਿਹਨੂੰ ਰੱਖਣ ਬਾਰੇ ਪਹਿਲਾਂ ਕਈ ਵਾਰੀ ਇਹ ਬਹਿਸ ਚੱਲ ਚੁੱਕੀ ਹੈ ਕਿ ਇਹ ਚਿੱਟਾ ਹਾਥੀ ਹੈ। ਮੈਂ ਇਹਨੂੰ ਕਲੋਨੀਅਲ ਲੈਗੇਸੀ ਕਿਆ ਕਰਦਾ ਹੈ, ਅੰਗਰੇਜ਼ਾਂ ਦੇ ਜ਼ਮਾਨੇ ਦਾ ਇਹ ਚਿੱਟਾ ਹਾਥੀ ਹੈ। ਜੇ ਇਸ ਪੋਸਟ ਨੂੰ ਖਤਮ ਵੀ ਕਰ ਦਿੱਤਾ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ। ਵੱਡੇ ਵੱਡੇ ਰਾਜ ਭਵਨ ਬਣਾਏ ਹੋਏ ਹੈ ਜਿੱਥੇ ਇਹਨਾਂ ਦਾ ਕੋਈ ਕੰਮ ਨਹੀਂ ਤੇ ਪੂਰਾ ਸਟਾਫ ਮਿਲਿਆ ਹੋਇਆ ਹੈ, ਤੇ ਜ਼ਿੰਦਗੀ ਜਿਹੜੀ ਰਿਟਾਇਰਮੈਂਟ ਦੀ ਹੈ ਉਹ ਲੋਕ ਬੜੇ ਆਰਾਮ ਨਾਲ ਆਪਣੇ ਬਤਾਉਂਦੇ ਹੈ। ਜਿਸ ਪੋਲੀਟੀਸ਼ੀਅਨ ਨੂੰ ਪਾਰਟੀ ਨੇ ਐਕਟਿਵ ਸਿਆਸਤ 'ਚੋਂ ਬਾਹਰ ਕਰਨਾ ਹੁੰਦਾ ਹੈ, ਅਕਸਰ ਉਹਨਾਂ ਨੂੰ ਇਹਨਾਂ ਪੋਸਟਾਂ ਤੇ ਅਕੋਮੋਡੇਟ ਕਰ ਦਿੱਤਾ ਜਾਂਦਾ ਹੈ। ਇਹ ਇਤਿਹਾਸ ਹੈ, ਕੋਈ ਨਵੀਂ ਗੱਲ ਨਹੀਂ ਹੈ। ਸੋ ਪਹਿਲੀ ਗੱਲ ਤਾਂ ਇਹ ਜਿਹੜੀ ਗਵਰਨਰ ਦਾ ਆਫਿਸ ਹੈ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ ਕਿ ਨਹੀਂ, ਇਹ ਵੱਖਰਾ ਇਸ਼ੂ ਹੈਗਾ। ਲੇਕਿਨ
ਜਿਹੜੀ ਗੱਲ ਮੈਂ ਕੀਤੀ ਹੈ ਕਿ ਜਿਹੜਾ ਮੈਂਡੇਟ ਹੈ ਲੋਕਾਂ ਦਾ ਉਹ ਆਪਣੇ ਚੀਫ ਮਿਨਿਸਟਰ ਕੋਲੇ ਹੁੰਦਾ, ਉਹਦੇ ਨਾਲ ਹੁੰਦਾ ਹੈ। ਸੋ ਇਸ ਕਰਕੇ ਜਿਹੜੇ ਅਸੈਂਬਲੀ ਦੇ ਵਿੱਚ ਬਿੱਲ ਪਾਸ ਕੀਤੇ ਜਾਂਦੇ ਹੈ ਉਹਦੇ ਪਿੱਛੇ ਲੋਕਾਂ ਦਾ ਮੈਂਡੇਟ ਹੁੰਦਾ ਹੈ ਕਿ ਲੋਕਾਂ ਦੇ ਮੈਂਡੇਟ ਨੂੰ ਸਿਰਫ ਇੱਕ ਕੰਸਟੀਟਿਊਸ਼ਨਲ ਅਥਾਰਟੀ ਕੁਐਸਚਨ ਕਰ ਸਕਦੀ ਹੈ। ਇਹ ਰਾਈਟ ਸੁਪਰੀਮ ਕੋਰਟ ਦਾ ਹੈ। ਜੇ ਕੰਸਟੀਟਿਊਸ਼ਨਲ ਕੋਈ ਪੁਆਇੰਟ ਹੈ, ਕੋਈ ਲੀਗਲ ਪੁਆਇੰਟ ਹੈ ਬਿੱਲ ਦੇ ਵਿੱਚ, ਤੇ ਉਹਦੀ ਐਡਜੂਡੀਕੇਸ਼ਨ ਸੁਪਰੀਮ ਕੋਰਟ ਕੋਲ ਹੁੰਦੀ ਹੈ ਔਰ ਸੁਪਰੀਮ ਕੋਰਟ ਹੀ ਅਲਟੀਮੇਟਲੀ ਜਜਮੈਂਟ ਦਿੱਤੀ ਹੈ। ਪਾਰਲੀਮੈਂਟ ਦੇ ਕਾਨੂੰਨ ਹੋਣ, ਜਿਹੜਾ ਬੇਸਿਕ ਰੋਲ ਹੈ ਸੁਪਰੀਮ ਕੋਰਟ ਦਾ ਉਹ ਜੁਡੀਸ਼ੀਅਲ ਇੰਟਰਪ੍ਰੀਟੇਸ਼ਨ ਕਰਨਾ ਹੁੰਦਾ ਹੈ, ਕੰਸਟੀਟਿਊਸ਼ਨ ਦੀ ਵੀ ਤੇ ਬਿੱਲਸ ਦੀ ਵੀ। ਤੇ ਜਿਹੜੇ ਬਿੱਲ ਪਾਸ ਕੀਤੇ ਹੋਏ ਅਸੈਂਬਲੀਆਂ ਨੇ ਕਿ ਉਹ ਕੰਸਟੀਟਿਊਸ਼ਨ ਦੇ ਮੁਤਾਬਕ ਹੈ ਜਾਂ ਨਹੀਂ, ਇਹ ਰੋਲ ਕਿਸੇ ਗਵਰਨਰ ਦਾ ਨਹੀਂ ਹੈ। ਗਵਰਨਰ ਆਪਣੇ ਆਬਜੈਕਸ਼ਨ ਲਾ ਕੇ ਵਾਪਸ ਭੇਜ ਸਕਦਾ ਹੈ। ਲੇਕਿਨ ਜਿਹੜੀ ਗੱਲ ਅੱਜ ਇੰਟਰਸਟਿੰਗ ਭਗਵੰਤ ਮਾਨ ਨੇ ਵੀ ਡਿਟੇਲ ਦੱਸੀ ਕੁਛ, ਇਹ ਸਿਰਫ 4 ਬਿੱਲ ਹੀ ਨਹੀਂ ਰੱਖੇ ਹੋਏ ਗਵਰਨਰ ਸਾਹਿਬ ਨੇ, ਉਹਨਾਂ ਨੇ 2 ਬਿੱਲ ਉਹ ਵੀ ਲਿਸਟ ਦੱਸੇ ਜਿਹੜੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਵੇਲੇ ਦੇ ਰਾਜ ਭਵਨ ਦੇ ਵਿੱਚ ਪੈਂਡਿੰਗ ਪਏ। ਸੋ ਇਹ ਤੇ ਜਿਹੜੀ ਗਵਰਨਰ ਦੀ ਇੰਟੈਂਸ਼ਨ ਹੈ ਉਹ ਤੇ ਕੁਐਸਚਨ ਮਾਰਕ ਲੱਗਦਾ ਹੈ, ਤੇ ਫੰਕਸ਼ਨਿੰਗ ਤੇ ਵੀ ਕੁਐਸਚਨ ਮਾਰਕ ਲੱਗਦਾ ਹੈ ਬਈ ਇਹ ਕੀ ਕਰਨਾ ਚਾਹੁੰਦੇ ਹੈ। ਹੁਣ ਗੱਲ ਲਾਅ ਆਰਡਰ ਦੀ ਇਹਨਾਂ ਨੇ ਬਹੁਤ ਵੱਡੀ ਇਸ਼ੂ ਚਿੱਠੀ 'ਚ ਰੇਜ਼ ਕੀਤੀ ਕਿ ਡਰੱਗਸ ਵੱਧ ਗਈਆਂ, ਲਾਅ ਐਂਡ ਆਰਡਰ ਕੋਲੈਪਸ ਹੋ ਗਿਆ। ਜਿਹੜਾ ਰਿਕਾਰਡ ਹੈ ਉਹ ਹੋਰ ਕੁਝ ਕਹਿੰਦਾ ਹੈ। ਜਿਹੜੀਆਂ ਹੁਣ ਤੱਕ ਤੁਹਾਡੇ ਗਵਰਨਮੈਂਟ ਆਫ ਇੰਡੀਆ ਦੇ ਰਿਪੋਰਟਸ ਹੈਗੀਆਂ ਉਹਦੇ ਵਿੱਚ ਤੁਸੀਂ ਸਟੱਡੀ ਕਰ ਲਓ, ਉਹਨਾਂ ਨੇ ਮੈਂ ਅੱਜ ਪੇਸ਼ ਕਰਤੀਆਂ ਕਿ ਪੰਜਾਬ ਦਾ ਨੰਬਰ ਕੀ ਹੈ। ਪੰਜਾਬ 3 ਨੰਬਰ ਤੇ ਲਾਅ ਐਂਡ ਆਰਡਰ ਦੇ ਵਿੱਚ, ਯੂਪੀ ਦਾ ਬਹੁਤ ਪਿੱਛੇ ਹੈ। ਪੰਜਾਬ ਦੀ ਇੱਕ ਸਮੱਸਿਆ ਹੈ ਕਿ ਪੰਜਾਬ ਦਾ ਕਮਿਊਨੀਕੇਸ਼ਨ ਬਹੁਤ ਸਟਰੋਂਗ ਹੈ। ਇੱਥੇ ਜਦੋਂ ਵੀ ਕੁਝ ਮਾੜਾ ਜਿਹਾ ਹੁੰਦਾ ਹੈ ਉਹ ਸਾਰੇ ਰੌਲਾ ਪੈ ਜਾਂਦਾ ਹੈ। ਯੂਪੀ ਵਰਗੀ ਸਟੇਟ ਦੇ ਵਿੱਚ ਤਾਂ ਛੇਤੀ ਕਿਤੇ ਖਬਰ ਹੀ ਨਹੀਂ ਆਉਂਦੀ ਵੀ ਕੀ ਹੋ ਗਿਆ, ਕਈ ਦਿਨ ਇੰਟੀਰੀਅਰ ਦੇ ਵਿੱਚੋਂ ਖਬਰਾਂ ਨਹੀਂ ਆਉਂਦੀਆਂ। ਪੰਜਾਬ ਤਾਂ ਨਾਲ ਦੀ ਨਾਲ ਹੀ ਮਿੰਟਾਂ ਦੇ ਵਿੱਚ ਸਾਰੀ ਦੁਨੀਆ 'ਚ ਪਹੁੰਚ ਜਾਂਦੀ ਹੈ। ਸੋ ਇਹ ਵੱਖਰੀ ਤਰ੍ਹਾਂ ਦੀ ਸਟੇਟ ਹੈ। ਸੋ ਇਹ ਇੱਕ ਨਾਰਮਲ ਕ੍ਰਾਈਮ ਨੂੰ ਅਸੀਂ ਕਹਿੰਦੇ ਹਾਂ ਕਿ ਗੈਂਗਸਟਰ ਵੱਧ ਗਏ, ਡਰੱਗਸ ਵੱਧ ਗਏ, ਅਸੀਂ ਤਾਂ ਖੁਦ ਹੀ ਕਹਿ ਰਹੇ ਹਾਂ ਵੀ ਇਹ ਇਸ਼ੂ ਪੰਜਾਬ ਦੇ ਹੈਗੇ ਸਾਰੇ। ਲੇਕਿਨ ਜਦੋਂ ਅਸੀਂ ਬਾਕੀ ਸਟੇਟਸ ਨਾਲ ਕੰਪੇਅਰ ਕਰਦੇ ਹਾਂ, ਔਰ ਅਸੀਂ ਨਹੀਂ ਕਰਦੇ, ਜਦੋਂ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਡਿਪਾਰਟਮੈਂਟਸ ਆ ਉੱਥੇ ਕੰਪੈਰੀਜ਼ਨ ਹੁੰਦਾ ਹੈ, ਪੰਜਾਬ ਕਿੱਥੇ ਪਲੇਸਡ ਆ ਉਹਦੇ ਵਿੱਚ, ਇਹ ਗੱਲ ਦੇਖਣ ਵਾਲੀ ਹੈ ਕਿ ਸਭ ਤੋਂ ਥੱਲੇ ਹੈ ਨਹੀਂ ਉੱਪਰ ਹੈ। ਸੋ ਜਿਹੜੀ ਇਹ ਐਲੀਗੇਸ਼ਨ ਗਵਰਨਰ ਸਾਹਿਬ ਲਾ ਰਹੇ ਆ ਉਹ ਇਹਦੇ 'ਚ ਖਾਰਜ ਹੋ ਜਾਂਦੀ ਹੈ। ਗੱਲ ਇਹ ਕਿ ਇਹਦੇ ਪਿੱਛੇ ਕੀ ਹੈ ਸਾਰੀ ਗੱਲ ਦੇ। 2024 ਦੀ ਇਲੈਕਸ਼ਨ ਆ ਰਹੀ ਹੈ, ਇਹ ਵਾਰ-ਵਾਰ ਗੱਲ ਉੱਠਦੀ ਹੈ ਕਿ ਜਿਹੜੀਆਂ ਨਾਨ ਬੀਜੇਪੀ ਸਟੇਟ ਗਵਰਨਮੈਂਟਸ ਹੈਗੀਆਂ ਉੱਥੇ ਹੀ ਗਵਰਨਰ ਇੰਨੇ ਹਾਈਪਰ ਐਕਟਿਵ ਕਿਉਂ ਹੈ। ਮੈਨੂੰ ਹਰਿਆਣਾ ਗਵਰਨਰ ਦਾ ਨਾਂ ਨਹੀਂ ਪਤਾ, ਛੇਤੀ ਕਿਤੇ ਭੁੱਲ ਜਾਂਦਾ। ਸਾਨੂੰ ਤੁਸੀਂ ਬੀਜੇਪੀ ਦੇ ਯੂਪੀ ਦਾ ਗਵਰਨਰ ਹੈ, ਨਾਂ ਨਹੀਂ ਪਤਾ। ਯੂਪੀ ਸਭ ਤੋਂ ਵੱਡੀ ਸਟੇਟ ਹੈਗੀ ਹੈ, ਉੱਥੇ ਇਹ ਰੌਲਾ ਕਿਉਂ ਨਹੀਂ ਪੈਂਦਾ, ਜਦਕਿ ਉੱਥੇ ਲਾਅ ਐਂਡ ਆਰਡਰ ਰੇਪ ਕੇਸ ਸਭ ਦੇ ਸਾਹਮਣੇ ਹੈ ਜੋ ਕੁਝ ਉੱਥੇ ਹੋ ਰਿਹਾ ਹੈ। ਈਵਨ ਜਰਨਲਿਸਟ ਕਵਰ ਕਰਨ ਜਾਂਦੇ ਉਹਨਾਂ ਨੂੰ ਫੜ ਕੇ ਅਰੈਸਟ ਕਰ ਲਿਆ ਜਾਂਦਾ ਹੈ। ਉੱਥੇ ਸਿਚੁਏਸ਼ਨ ਮਾੜੀ ਹੈ ਕਿ ਪੰਜਾਬ ਦੀ ਸਿਚੁਏਸ਼ਨ ਮਾੜੀ ਹੈ। ਸੋ ਜਿਹੜਾ ਰੋਲ ਹੈ ਗਵਰਨਰ ਦਾ ਉੱਥੇ ਕੁਐਸਚਨ ਮਾਰਕ ਹੈ। ਹਾਂ, ਜਿਹੜੀ ਚਿੱਠੀਆਂ ਦੇ ਜਵਾਬ ਦੇਣੇ ਚਾਹੀਦੇ ਸੀਗੇ ਉਹ ਮੈਂਡੇਟ ਆਪਣੇ ਕਨਸਟੀਟਿਊਸ਼ਨਲ ਮੈਂਡੇਟ ਹੈ ਚੀਫ ਮਿਨਿਸਟਰ ਉਹਦੇ ਕੋਲ, ਗਵਰਨਰ ਕੋਲ। ਉਹ ਇਨਫੋਰਮੇਸ਼ਨ ਅੰਡਰ ਦੀ ਕੰਸਟੀਟਿਊਸ਼ਨ ਸੈਕਸ਼ਨ 167 ਆਰਟੀਕਲ 167 ਉਹਦੇ ਅੰਡਰ ਗਵਰਨਰ ਜਦੋਂ ਚਾਹੇ ਸਟੇਟ ਗਵਰਨਮੈਂਟ ਤੋਂ ਇਨਫੋਰਮੇਸ਼ਨ ਮੰਗ ਸਕਦਾ ਹੈ ਔਰ ਸਰਕਾਰ ਨੂੰ ਉਹ ਇਨਫੋਰਮੇਸ਼ਨ ਦੇਣੀ ਪੈਣੀ ਹੈ। ਭਗਵੰਤ ਮਾਨ ਦੀ ਸਰਕਾਰ ਨੇ ਇੱਥੇ ਗਲਤੀ ਕੀਤੀ ਹੋਈ ਹੈ। ਜੇ ਗਵਰਨਰ ਇਨਫੋਰਮੇਸ਼ਨ ਮੰਗ ਰਿਹਾ ਹੈ ਤਾਂ ਉਹਨੂੰ ਉਹ ਇਨਫੋਰਮੇਸ਼ਨ ਦਿਓ। ਹੋਇਆ ਕਿ ਚਿੱਠੀਆਂ ਲਿਖਦੇ ਸੀਗੇ ਉਹ ਮੀਡੀਆ 'ਚ ਪਹੁੰਚ ਜਾਂਦੀਆਂ ਸੀ ਤੇ ਰਾਜ ਭਵਨ ਤਾਂ ਅੱਜ ਤੱਕ ਨਹੀਂ ਪਹੁੰਚੇ ਉਹਨਾਂ ਦੇ ਵਿੱਚੋਂ ਕੁਝ ਚਿੱਠੀਆਂ। ਕਸੂਰ ਇਹਨਾਂ ਦਾ ਵੀ ਹੈਗਾ। ਲੇਕਿਨ ਮੈਂ ਗੱਲ ਸਿਆਸੀ ਕਰੂੰਗਾ, ਸਿਆਸੀ ਪੋਲੀਟੀਕਲ ਲੈਵਲ ਤੇ ਆ ਕੇ ਜਿਹੜਾ ਗਵਰਨਰ ਦਾ ਰੋਲ ਹੈ ਇਸ ਵੇਲੇ ਉਹ ਕੁਐਸਚਨੇਬਲ ਹੈ ਕਿ ਜਿਸ ਢੰਗ ਨਾਲ ਉਹ 356 ਦਾ ਡਰਾਵਾ ਦੇ ਰਹੇ ਹੈ। ਪੰਜਾਬ ਇੱਕ ਬਾਰਡਰ ਸਟੇਟ, ਸੈਂਸਿਟਿਵ ਬਾਰਡਰ ਸਟੇਟ ਹੈ ਔਰ ਪੰਜਾਬ ਨੇ ਭੁਗਤਿਆ ਬਹੁਤ ਹੈ ਕਿ ਇਹ ਫਿਰ ਲੋਕਾਂ ਨੂੰ ਵਿਕਟੀਮਾਈਜ਼ ਕਰਨਾ ਚਾਹੁੰਦੇ ਹੈ। ਪੰਜਾਬ ਦੇ ਵਿੱਚ ਗਵਰਨਰ ਰੂਲ ਲੱਗਿਆ ਸੀ 11 ਮਈ 1987 ਤੇ ਚੱਕਿਆ ਗਿਆ ਸੀ ਅੱਗੇ ਮਾਰਚ 1992। ਹਿੰਦੁਸਤਾਨ ਦੇ ਵਿੱਚ ਕਿਤੇ ਵੀ ਐਡਾ ਲੰਬਾ ਪ੍ਰੈਜ਼ੀਡੈਂਟ ਰੂਲ ਨਹੀਂ ਲੱਗਿਆ। ਜਿਹੜੇ ਪੰਜਾਬ ਦਾ ਦੁਖਾਂਤ ਇਸ ਵੇਲੇ ਹੈਗਾ, ਜਿਹੜੀ ਇਕਨੋਮੀ ਰੈਕ ਹੋਈ ਹੈ, ਜਿਹੜੇ ਸਿਸਟਮ ਰੈਕ ਹੋਏ ਹੈ, ਇਹ ਉਸ ਵੇਲੇ ਦੀ ਲੀਗੇਸੀ ਹੈ। ਉਸ ਵੇਲੇ ਜਿਹੜੀ ਤੁਹਾਡੀ ਬਿਊਰੋਕ੍ਰੇਸੀ ਸੀ, ਪਾਲਿਸੀ, ਇਹ ਮਾਫੀਆ ਬਣ ਗਈ ਸੀਗੀ
ਜਿਨ੍ਹਾਂ ਦੇ ਖਿਲਾਫ ਕੋਈ ਸੁਣਵਾਈ ਨਹੀਂ ਸੀ ਔਰ ਜਿਨ੍ਹਾਂ ਨੇ ਕੋਈ ਜਵਾਬਦੇਹੀ ਨਹੀਂ ਸੀ ਪ੍ਰੈਜ਼ੀਡੈਂਟ ਰੂਲ ਦੇ ਵਿੱਚ। ਉਹ ਆਦਤਾਂ ਹੁਣ ਤੱਕ ਵਿਗੜੀਆਂ ਹੋਈਆਂ ਕੁਝ ਲੈਵਲ ਤੇ ਆ ਕੇ। ਸੁਧਾਰ ਤਾਂ ਹੋਇਆ, ਭਾਵੇਂ ਸਰਕਾਰਾਂ ਇਲੈਕਟਡ ਉਸ ਤੋਂ ਬਾਅਦ 4 ਆ ਗਈਆਂ, ਲੇਕਿਨ ਕੁਝ ਐਸਾ ਵਿਗਾੜ ਪੈਦਾ ਹੋਇਆ ਵਾ ਅਜ ਤੱਕ ਉਹ ਸੰਭਾਲਿਆ ਨਹੀਂ ਗਿਆ। ਕੀ ਗਵਰਨਰ ਸਾਹਿਬ ਮੁੜ ਕੇ ਪੰਜਾਬ ਨੂੰ ਉਸੇ ਥਾਂ ਤੇ ਧੱਕਣਾ ਚਾਹੁੰਦਾ ਜਿੱਥੋਂ ਪੰਜਾਬ ਨਿਕਲਿਆ ਹੈ? ਇਹ ਵੱਡਾ ਕੁਐਸਚਨ ਮਾਰਕ ਹੈ। ਇਹ ਕਾਫੀ ਵੱਡਾ ਕੁਐਸਚਨ ਮਾਰਕ ਹੈ। ਇੱਕ ਵਾਰੀ ਫਿਰ ਮੁੱਖ ਮੰਤਰੀ ਨੇ ਵੀ ਉਹ ਸਾਰੀਆਂ ਗੱਲਾਂ ਦੁਹਰਾਈਆਂ ਨੇ ਕਿ ਅਸੀਂ ਪੰਜਾਬ ਗਵਰਨਰ ਰੂਲ ਦਾ ਬੜਾ ਭੋਗੀ ਹੈ। ਲੇਕਿਨ ਇੱਕ ਸਵਾਲ ਸਰਦਾਰ ਹਰਮੀਤ ਸਿੰਘ ਜੀ ਕਾਫੀ ਅਹਿਮ ਆ ਜਿਹਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ ਕਿ ਇਹ ਲੜਾਈ ਦਰਅਸਲ ਹੈ ਕੀ? ਮਤਲਬ ਦੋਨਾਂ ਦੇ ਚੰਗੇ ਸਬੰਧ ਸੀਗੇ, ਆਖਰ ਵਿਗੜੇ ਕਿੱਥੋਂ? ਆਖਰ ਜਿਹੜੀਆਂ ਗੈਰ ਭਾਜਪਾਈ ਸਰਕਾਰਾਂ ਨੇ ਉਹਨਾਂ ਦੇ ਵਿੱਚ ਗਵਰਨਰ ਜੇਕਰ ਸਟੇਟ ਗਵਰਨਮੈਂਟ ਨਾਲ ਟਸਲ 'ਚ ਨਹੀਂ ਤਾਂ ਗਵਰਨਰ ਦੀ ਵੀ ਕੀ ਕ੍ਰੈਡੀਬਿਲਿਟੀ ਸ਼ੱਕ 'ਚ ਆ ਜਾਂਦੀ ਹੈ। ਔਰ ਆਪਣੀਆਂ ਹਾਈ ਕਮਾਂਡਸ ਨੂੰ ਦਿਖਾਉਣ ਲਈ ਕਿ ਮੁੱਖ ਮੰਤਰੀਆਂ ਲਈ ਵੀ ਲਾਜ਼ਮ ਹੈ ਕਿ ਉਹ ਕੇਂਦਰ ਨਾਲ ਲੜਦੇ ਹੋਏ ਹੀ ਦਿਖਾਈ ਦੇਣ। ਇਹ ਵੀ ਬੜਾ ਵੱਡਾ ਸਵਾਲ ਹੈ। ਇਹ ਲੜਾਈ ਸਿਆਸੀ ਆ ਕਿ ਇਹ ਲੜਾਈ ਮੁੱਦਿਆਂ ਤੇ ਆ ਕਿ ਨਿੱਜੀ ਆ? ਇਹ ਈਗੋ ਦੀ ਹੈ ਕਿ ਜਾਂ ਪੋਲਿਟਿਕਸ ਹੈ? ਪਰ ਜੇਕਰ ਅੱਜ ਦੇ ਦਿਨ 'ਚ ਅਸੀਂ ਦੇਖਦੇ ਹਾਂ ਤਾਂ ਮੁੱਖ ਮੰਤਰੀ ਵੱਲੋਂ ਜੇ ਇਹਨਾਂ ਚੀਜ਼ਾਂ ਦੇ ਜਵਾਬ ਇਨ ਟਾਈਮ ਦੇ ਵੀ ਦਿੱਤੇ ਜਾਂਦੇ ਜਿਹੜੇ ਕਿ ਸਿਰਫ ਬਿਊਰੋਕ੍ਰੇਸੀ ਨਹੀਂ ਤਿਆਰ ਕਰਨੇ ਸੀਗੇ, ਮੁੱਖ ਮੰਤਰੀ ਤਾਂ ਜਸਟ ਉਹਦੇ ਵਿੱਚ ਇਨਪੁਟਸ ਹੀ ਦਿੰਦੇ ਹੁੰਦੇ ਆ। ਜੇਕਰ ਕੋਈ ਵੀ ਸਵਾਲ ਗਵਰਨਰ ਭੇਜ ਰਿਹਾ ਤਾਂ ਕਿਸੇ ਮਹਿਕਮੇ ਨਾਲ ਸੰਬੰਧਿਤ ਤਾਂ ਹੋਊ, ਤਾਂ ਮੁੱਖ ਮੰਤਰੀ ਨੇ ਤਾਂ ਜਸਟ ਉਹਨੂੰ ਤਿਆਰ ਕਰਨ ਲਈ ਲੈ ਕੇ ਆਉਣ ਲਈ ਕਹਿਣਾ। ਸੋ ਅੱਜ ਜਿਹੜੀ ਇਹ ਸਥਿਤੀ ਆ ਇਹਦੇ ਵਿੱਚ ਵੀ ਮੁੱਖ ਤੌਰ ਤੇ ਐਡਰੈਸ ਕੀਤਾ ਜਾ ਰਿਹਾ ਮਾਮਲਾ ਜਾਂ ਐਡਰੈਸ ਕਰਨ ਦਾ ਤਰੀਕਾ ਮੰਨਿਆ ਜਾ ਰਿਹਾ ਕਿ ਲੜਾਈ ਸਿਆਸੀ ਸੀ ਪਰ ਲੜੀ ਨਿੱਜੀ ਤੌਰ ਤੇ ਜਾ ਰਹੀ ਹੈ। ਤਾਂ ਤੁਸੀਂ ਸਰਦਾਰ ਹਰਮੀਤ ਸਿੰਘ ਜੀ ਇਹਨੂੰ ਕਿਵੇਂ ਸਮਝ ਰਹੇ ਹੋ? ਮੁੱਖ ਮੰਤਰੀ ਦੇ ਜਵਾਬ ਨੂੰ ਤਸੱਲੀ ਹੈ ਤੁਹਾਨੂੰ? ਵੈਸੇ ਜਦੋਂ ਇੱਕ ਸਹਾਫੀ ਨੇ ਪੁੱਛਿਆ, ਇੱਕ ਪੱਤਰਕਾਰ ਦਾ ਸਵਾਲ ਸੀਗਾ ਕਿ ਸਰਕਾਰੀਆ ਪੁੰਛੀ ਕਮਿਸ਼ਨ ਉਹ ਸਾਰੇ ਕਹਿੰਦੇ ਰਹੇ ਕਿ ਇਹ ਸਫੈਦ ਹਾਤੀ ਆ, ਤੁਸੀਂ ਸਟੇਟ ਗਵਰਨਮੈਂਟਸ ਵਾਲੇ ਇਹਨਾਂ ਦੇ ਖਿਲਾਫ ਲੜਦੇ ਕਿਉਂ ਨਹੀਂ? ਉੱਥੇ ਮੁੱਖ ਮੰਤਰੀ ਸਾਹਿਬ ਗੱਲ ਗੋਲ ਕਰਕੇ ਹੁਣ ਜਿੱਥੇ ਲੜਨ ਦੀ ਵਾਰੀ ਆਉਂਦੀ ਹੈ ਕਿ ਤੁਸੀਂ ਪੋਲੀਟੀਕਲ ਲੜਾਈ ਕਿਉਂ ਨਹੀਂ ਲੜਦੇ, ਤਾਂ ਉਸ ਵੇਲੇ ਅਸੀਂ ਚੁੱਪ ਧਾਰ ਜਾਂਦੇ ਆ। ਇਹਨੂੰ ਇਨ ਟੋਟੈਲਿਟੀ 'ਚ ਜੋ ਅੱਜ ਵਾਪਰਿਆ ਤੇ ਕੱਲ ਤੋਂ ਅੱਜ ਤੱਕ ਵਾਪਰਿਆ ਇਹਨੂੰ ਜਰਾ ਜ਼ੁਬਾਨ ਦਿਓ। ਇਹਦੇ ਤੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਨਾ ਗਵਰਨਰ ਸਾਹਿਬ ਤੇ ਨਾ ਚੀਫ ਮਿਨਿਸਟਰ ਅਜੇ ਤੱਕ ਕੋਈ ਪੈਚ ਅਪ ਮਤਲਬ ਆਪਸਦਾਰੀ ਦੀ ਕੋਈ ਮੇਲ ਜੋਲ ਵਧਾਉਣ ਵਾਲੇ ਪਾਸੇ ਕੋਈ ਨਹੀਂ ਹੈ। ਗੱਲ ਜੇ ਸਹੀ ਗੱਲ ਹੈ ਤੇ ਉਸੇ ਟਰੈਕ ਤੇ ਚੱਲਦੀ ਹੈ ਰੇਲ ਦਾ ਤਾਂ ਜੋ ਚੱਲਦੀਆਂ ਤਾਂ ਬਰਾਬਰ ਨੇ ਪਰ ਦੂਰੀ ਬਣਾ ਕੇ ਚੱਲਦੀ। ਅੰਦਾਜ਼ਾ ਜਿਹੜਾ ਇਹ ਸੀ ਕਿ ਚੀਫ ਮਿਨਿਸਟਰ ਇਮੀਡੀਏਟ ਤਾਂ ਕੋਈ ਸਰੈਂਡਰ ਕਰਨ ਵਾਲੇ ਨਹੀਂ ਹੈ। ਜੋ ਉਹਨਾਂ ਦਾ ਪਿਛੋਕੜ ਪਿਛਲੇ ਚਿੱਠੀਆਂ 'ਚ ਆਇਆ ਲਗਭਗ ਉਹ ਆਪਣੇ ਸਟੈਂਡ ਤੇ ਬਰਕਰਾਰ ਨੇ ਉਸੇ ਤਰੀਕੇ ਨਾਲ। ਇੰਨਾ ਜ਼ਰੂਰ ਹੈ ਕਿ ਉਹਨਾਂ ਨੇ ਨਸ਼ੇ ਦੇ ਕੁਝ ਫਿਗਰ ਦਿੱਤੇ ਨੇ ਕਿ 17,000 ਤੋਂ ਵੱਧ ਅਸੀਂ FIR ਕੀਤੀਆਂ ਨੇ। ਇਹ ਦੇਤਾ ਕਿ ਜੀ ਅਸੀਂ ਕਿੰਨੀ ਹੀਰੋਇਨ ਫੜੀ ਹੈ, ਕਿੰਨਾ ਫਲਾਨਾ ਫੜਿਆ, ਇਹ ਟਰਾਈ ਕੀਤੀ ਹੈ ਪਬਲਿਕਲੀ ਇੱਕ ਗੱਲ ਦੱਸਣ ਦੀ। ਨਾਲ ਇਹ ਕੀਤਾ ਕਿ ਜੇ ਉਹ ਕਹਿੰਦੇ ਨੇ ਕਾਂਸਟੀਟਿਊਸ਼ਨਲ ਗੱਲ ਹੈ, ਕਾਂਸਟੀਟਿਊਸ਼ਨ ਦਾ ਤਾਂ ਮਤਲਬ ਇਹ ਵੀ ਹੈ ਮੈਂ ਅਸੀਂ ਕਾਂਸਟੀਟਿਊਸ਼ਨ ਨਾਲ ਹੀ ਜੁੜੇ ਹਾਂ। ਚੋਣਾਂ ਕਿਤੇ ਕਾਂਸਟੀਟਿਊਸ਼ਨ ਤੋਂ ਬਾਹਰ ਹੋ ਰਹੀਆਂ ਨੇ ਔਰ ਬਾਕੀ ਜਿਹੜੇ ਵਿਧਾਨ ਸਭਾ ਦੇ ਵਿੱਚ ਪਾਸ ਕਰਕੇ ਵਿਧਾਨ ਸਭਾ ਦੇ ਰਾਹੀਂ ਭੇਜਦੇ ਆ ਅਸੀਂ ਬਿੱਲ, ਤੇ ਉਹ ਗਵਰਨਰ ਕਿਉਂ ਨਹੀਂ ਸਾਈਨ ਕਰਦੇ ਉਸ ਪੱਧਰ ਦੇ ਉੱਤੇ? ਤੇ ਇਹ ਜਿਹੜੀਆਂ ਗੱਲਾਂ ਨੇ ਉਹਨਾਂ ਨੇ ਟਰਾਈ ਕੀਤੀ ਹੈ ਕਹਿਣ ਦੀ ਕਿ ਗਵਰਨਰ ਗਲਤ ਕਰ ਰਹੇ ਨੇ, ਅਸੀਂ ਠੀਕ ਆ ਉਸ ਮਾਮਲੇ 'ਚ। ਨਾਲ ਦੀ ਨਾਲ ਇਹ ਲੜਾਈ ਨਿੱਜੀ ਇਸ ਰੂਪ ਦੇ ਵਿੱਚ ਵੀ ਲੱਗਦੀ ਹੈ। ਗਵਰਨਰ ਸਾਹਿਬ ਉਹਨਾਂ ਤੇ ਨਿੱਜੀ ਬੋਲ ਟਵਾਣੀ ਤੇ ਇਤਰਾਜ਼ ਕਰਦੇ ਨੇ। ਉਵੇਂ ਚੀਫ ਮਿਨਿਸਟਰ ਨੇ ਵੀ ਇਹ ਕਿਹਾ, ਅੱਜ ਫੇਰ ਕਿਹਾ ਬਕਾਇਦਾ ਕਿ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਕਿਤੇ ਸੱਤਾ ਦੀ ਭੁੱਖ ਨਜ਼ਰ ਆਉਂਦੀ ਹੈ ਕਿ ਉਹ ਸੱਤਾ ਇੰਜੋਏ ਕਰਨਾ ਚਾਹੁੰਦੇ ਨੇ, ਜਦ ਕਿ ਸੱਤਾ ਇਲੈਕਟਡ ਰਿਪਰੈਜ਼ੈਂਟੇਟਿਵ ਚ ਹੁੰਦੀ ਹੈ, ਸਿਲੈਕਟਡ ਕੀਤੇ ਗਏ ਬੰਦਿਆਂ ਦੇ ਵਿੱਚ ਨਹੀਂ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਡੈਮੋਕ੍ਰੇਸੀ ਦੇ ਮੁਕਾਬਲੇ ਉਹ ਕੇਵਲ ਕਾਂਸਟੀਟਿਊਸ਼ਨਲ ਪੋਸਟ ਨਾਲ ਆਪਣੀ ਸਾਰੀ ਸੱਤਾ ਇੰਜੋਏ ਕਰਨਾ ਚਾਹੁੰਦੇ ਨੇ। ਇਹ ਗੱਲ ਨਹੀਂ ਚੱਲੇਗੀ। ਨਾਲ ਇਹ ਕਿਹਾ ਉਹਨਾਂ ਨੇ ਪੂਰੀ ਤਰ੍ਹਾਂ। ਤੇ ਅਗਲੀ ਗੱਲ ਇਹਨੂੰ ਸੁਲਝਾਉਣਾ ਕਿਵੇਂ, ਇਹ ਸਾਰਾ ਕੁਝ ਨਹੀਂ ਕਿਹਾ। ਬਾਕੀ ਗੱਲਾਂ ਇਹ ਗੱਲ ਬਿਲਕੁਲ ਆਪਣੇ ਆਪ ਚ ਵਾਜਬ ਹੈ ਕਿ ਕੋਈ ਵੀ ਗਵਰਨਰ ਬਿਨਾਂ ਗਵਰਨਮੈਂਟ ਆਫ ਇੰਡੀਆ ਦੀ ਹੱਲਾਸ਼ੇਰੀ ਤੋਂ ਇੰਨਾ ਦੇਰ ਕੰਟੀਨਿਊ ਕਿਸੇ ਸੂਬਾ ਸਰਕਾਰ ਨਾਲ ਟਕਰਾਅ ਚ ਨਹੀਂ ਰਹਿ ਸਕਦਾ। ਔਰ ਟਕਰਾਅ ਜੇ ਲਗਾਤਾਰ ਚੱਲ ਰਿਹਾ ਤਾਂ ਉੱਪਰੋਂ ਕਿਤੋਂ ਆਸ਼ੀਰਵਾਦ ਹੈ। ਤੇ ਇਸੇ ਕਰਕੇ ਆਸ਼ੀਰਵਾਦ ਕਹਿੰਦਾ ਕਿ ਜੇ 356 ਵੀ ਜਦੋਂ ਲੱਗਦੀਆਂ ਸੀ ਜ਼ਿਆਦਾਤਰ ਤੇ ਇੱਕ ਦੋ ਸਟੇਟਾਂ ਨੂੰ ਛੱਡ ਕੇ ਉਹ ਵਿਰੋਧੀਆਂ ਦੀਆਂ ਸਰਕਾਰਾਂ ਤੋੜਨ ਲਈ ਹੋ ਲੱਗਦੀਆਂ ਸੀ ਜ਼ਿਆਦਾਤਰ। ਔਰ ਕਿੰਨੀਆਂ ਹੀ ਮਤਲਬ ਸਰਕਾਰਾਂ ਤੋੜਦੀਆਂ ਰਹੀਆਂ। ਪਹਿਲਾਂ ਕਾਂਗਰਸ ਨੇ ਵੀ ਕਿੰਨੀਆਂ ਹੀ ਤੋੜੀਆਂ ਨੇ ਤੇ ਜਨਤਾ ਪਾਰਟੀ ਨੇ ਵੀ ਤੋੜੀਆਂ ਨੇ। 9 ਸਰਕਾਰਾਂ ਤੋੜੀਆਂ ਜਨਤਾ ਪਾਰਟੀ ਨੇ ਤੇ 12 ਸਰਕਾਰਾਂ ਤੋੜੀਆਂ ਆਉਣ ਸਾਲ 1980 ਚ ਇੰਦਰਾ ਗਾਂਧੀ ਨੇ।
356 ਲਾ ਕੇ। ਪਰ ਸਵਾਲ ਇਹ ਪੈਦਾ ਹੁੰਦਾ ਸੀ ਫਿਰ ਕਿ ਕੀ ਇਹਦਾ ਮਤਲਬ ਇਹ ਚੱਲਦਾ ਰਹੂਗਾ ਸਿਲਸਿਲਾ, ਇਹਦਾ ਕੋਈ ਇਲਾਜ ਨਹੀਂ ਹੋਏਗਾ। ਫਿਰ ਕੋਲੀਸ਼ਨ ਪੈਟਰਨ ਆ ਗਿਆ, ਨੈਸ਼ਨਲ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਕਿ ਇੱਕ ਪਾਰਟੀ ਜਦੋਂ ਪਾਵਰ 'ਚ ਹੁੰਦੀ ਹੈ ਤਾਂ ਉਹ ਕਈ ਤਰ੍ਹਾਂ ਦੀਆਂ ਐਸੀਆਂ ਗੱਲਾਂ ਕਰਦੀ ਹੈ ਜਿਹੜੀਆਂ ਗੱਲਾਂ ਰੀਜਨਲ ਲੈਵਲ ਦੀਆਂ ਇੱਛਾਵਾਂ ਦੇ ਅਨੁਕੂਲ ਨਹੀਂ ਹੁੰਦੀਆਂ। 27-28 ਸਾਲ ਫਿਰ ਰੀਜਨਲਿਜ਼ਮ ਚੱਲਿਆ ਤੇ ਉੱਪਰ ਕੋਲੀਸ਼ਨ ਸਰਕਾਰਾਂ, ਜਿਹਦੇ ਕਰਕੇ 356 ਇੰਪਲੀਮੈਂਟ ਕਰਨੀ ਬੜਾ ਮੁਸ਼ਕਲ ਹੋ ਗਈ ਤੇ ਬਾਕੀ ਦੀਆਂ ਚੀਜ਼ਾਂ ਨੇ। ਪਰ ਨਾਲ ਦੀ ਨਾਲ ਇਹ ਸੀ ਵੀ ਜਿਹੜੀ ਧਿਰ ਸੈਂਟਰ 'ਚ ਆ ਜਾਂਦੀ ਹੈ ਉਹ ਸੈਂਟਰਲਾਈਜੇਸ਼ਨ ਉਹ ਪਾਵਰ ਦੀ ਗੱਲ ਕਰਦੀ ਹੈ। ਇਹ ਰੀਅਲ ਇਸ਼ੂ ਫੈਡਰਲ ਸਟਰਕਚਰ ਦੇ ਨੇ, ਫੈਡਰਲਿਜ਼ਮ ਦੀ ਲੜਾਈ ਦੇ ਨੇ। ਜਿਹੜਾ ਤਾਮਿਲਨਾਡੂ ਦਾ ਚੀਫ ਮਿਨਿਸਟਰ ਬਾਰ-ਬਾਰ ਲੜ ਰਿਹਾ ਫੈਡਰਲਿਜ਼ਮ ਦੀ ਗੱਲ ਕਰਕੇ, ਚਾਹੇ ਉਹ ਨੀਟ ਦਾ ਇਲਜ਼ਾਮ ਹੋਵੇ, ਚਾਹੇ ਉਹ ਯੂਨੀਵਰਸਿਟੀਆਂ ਦਾ ਮਾਮਲਾ ਹੋਵੇ, ਜਿਹੜਾ ਉਹ ਪੋਲੀਟੀਕਲੀ ਗੱਲ ਕਰ ਰਹੇ। ਪਰ ਸਾਡੇ ਚੀਫ ਮਿਨਿਸਟਰ ਇਹਨੂੰ ਪੋਲੀਟੀਕਲ ਲੜਾਈ ਨਹੀਂ ਬਣਾ ਰਹੇ, ਇਹਨੂੰ ਇਹ ਨਹੀਂ ਕਹਿ ਰਹੇ ਕਿ ਬੀਜੇਪੀ ਦੀ ਸੈਂਟਰਲਾਈਜੇਸ਼ਨ ਦੀ ਪਾਲਿਸੀ ਹੈ ਜਿਹਦੇ ਕਰਕੇ ਗਵਰਨਰ ਨੂੰ ਹੱਲਾਸ਼ੇਰੀ ਦੇ ਰਹੀ ਹੈ ਤੇ ਉਹ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ। ਔਰ ਜੇ ਉਹ ਇੱਕ ਸੈਂਟਰਲਾਈਜੇਸ਼ਨ ਦੀ ਪਾਲਿਸੀ ਦੇ ਖਿਲਾਫ ਇੱਕ ਫੈਡਰਲਿਜ਼ਮ ਦੀ ਅਪਰੋਚ ਲੈ ਕੇ ਚੱਲਣ, ਫਿਰ ਇੱਕ ਵਰਤਾਂਤ ਬਣਦਾ ਨੈਸ਼ਨਲ ਪੱਧਰ ਦੇ ਉੱਤੇ। ਜਿਹੜੀਆਂ ਵੀ ਤਰ੍ਹਾਂ ਲੜ ਰਹੀਆਂ ਨੇ, ਚਾਹੇ ਉਹ ਇੱਕ ਇੰਡੀਆ ਬਣਿਆ ਜਿਹੜਾ ਬਲਾਕ, ਇੰਡੀਆ ਦਾ ਵੀ ਇੱਕ ਸਲੋਗਨ ਫੈਡਰਲਿਜ਼ਮ ਦਾ ਦਿੱਤਾ ਗਿਆ। ਪਹਿਲਾਂ ਆਂਦਾ ਕਿ ਕਾਂਗਰਸ ਨੇ ਚਾਹੇ ਉਹੀ ਕੰਮ ਕੀਤਾ ਜਿਹੜਾ ਬੀਜੇਪੀ ਕਰ ਰਹੀ ਹੈ। ਬੀਜੇਪੀ ਨੇ ਹਾਲਾਂਕਿ 356 ਨਹੀਂ ਲਾਈ, ਪਰ ਦੂਜੇ ਤਰੀਕਿਆਂ ਦੇ ਨਾਲ ਤਾਂ 9 ਸਰਕਾਰਾਂ ਤੋੜਤੀਆਂ ਨਾ ਹੁਣ ਤੱਕ ਬੀਜੇਪੀ ਨੇ 2014 ਤੋਂ ਬਾਅਦ। ਮਤਲਬ ਸਰਕਾਰ ਤੋੜਨੀ ਹੈ ਉਹ 356 ਕਰਕੇ ਤੋੜਨੀ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਤੋੜਨੀ ਹੈ। ਤੁਸੀਂ ਐਮਰਜੈਂਸੀ ਲਾਉਣੀ ਹੈ, ਪਹਿਲਾਂ ਐਮਰਜੈਂਸੀ ਲੱਗੀ, ਲੋਕ ਉਹਦੇ ਵਿਰੋਧ 'ਚ ਸੀ 75 ਵਾਲੀ ਐਮਰਜੈਂਸੀ ਦੇ, ਕਿੰਨੇ ਲੀਡਰ ਚੱਕ ਕੇ ਜੇਲ੍ਹਾਂ ਦੇ ਵਿੱਚ ਬੰਦ ਸੀ। ਹੁਣ ਐਲਾਨੀਆਂ ਐਮਰਜੈਂਸੀ ਤਾਂ ਨਹੀਂ ਹੈ, ਪਰ ਅੱਜ ਵੀ ਬਹੁਤ ਲੋਕ ਜੇਲ੍ਹਾਂ 'ਚ ਜਾ ਰਹੇ ਨੇ। ਈਡੀ, CBI ਜਾਂ ਬਾਕੀ ਏਜੰਸੀਆਂ ਦਾ ਜਿਸ ਢੰਗ ਨਾਲ ਵਰਤੋਂ ਜਾਂ ਦੁਰਵਰਤੋਂ ਹੋ ਰਹੀ ਹੈ, ਉਹਦੇ ਤੋਂ ਵੀ ਸਾਰੀਆਂ ਪਰੇਸ਼ਾਨੀਆਂ ਨਜ਼ਰ ਆ ਹੁੰਦਾ ਹੈ। ਤੇ ਇਸੇ ਤਰ੍ਹਾਂ ਸਰਕਾਰਾਂ ਤੋੜਨ ਜਾਂ ਸਰਕਾਰਾਂ ਨੂੰ ਤੰਗ ਕਰਨ ਦੇ ਵਿੱਚ ਵੀ ਹੁਣ ਇੱਕ ਤਰੀਕੇ ਬਦਲੇ ਜਾ ਚੁੱਕੇ ਨੇ। ਉਹ ਤਰੀਕੇ ਇੱਕ ਲਾਈਨ ਕੱਢ ਕੇ ਲੜੀ ਗਈ ਪੋਲਿਟਿਕਸ ਦੇ ਰਾਹੀਂ ਉਹ ਲੜਾਈ ਹੋ ਸਕਦੀ ਹੈ। ਉਹ ਕੇਵਲ ਟੈਕਨੀਕੈਲਿਟੀ ਦੇ ਵਿੱਚ ਲੜਾਈ ਨਹੀਂ ਹੋਣੀ ਮੇਰੇ ਖਿਆਲ ਹੈ ਇਹਨਾਂ ਗੱਲਾਂ ਦੇ ਨਾਲ, ਜਿਹਦੇ ਤੋਂ ਸਾਡੀ ਚੀਫ ਮਿਨਿਸਟਰ ਗੁਰੇਜ਼ ਕਰ ਰਹੇ ਨੇ। ਔਰ ਐਤਕੀ ਕੇਜਰੀਵਾਲ ਨੇ ਇਹ ਕਿਹਾ, ਏਦੂ ਪਹਿਲਾਂ ਜਿਹੜਾ ਮੁੱਢਲੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਸਲੋਗਨ ਸੀ ਕਿ ਦਿੱਲੀ ਦੀ ਪੂਰੇ ਰਾਜ ਦੇ ਦਰਜੇ ਦੀ ਮੰਗ ਲਈ ਅਸੀਂ ਲੜਾਈ ਲੜਾਂਗੇ, ਪਰ ਵਿੱਚੋਂ ਛੱਡਦੇ ਰਹੇ। ਤੀਜੀ ਗਵਰਨਮੈਂਟ ਤੱਕ ਪੂਰੀ ਤਰ੍ਹਾਂ ਛੱਡਤਾ ਪੂਰੇ ਦਾ ਪੂਰਾ, ਫਿਰ ਉਹ ਆਰਡੀਨੈਂਸ ਤੱਕ ਆ ਗਏ, ਪਰ ਤੋਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣ ਗਿਆ। ਹੁਣ ਦੁਬਾਰਾ ਕੇਜਰੀਵਾਲ ਦਾ ਸਲੋਗਨ ਇਹ ਹੋ ਗਿਆ ਕਿ ਅਸੀਂ ਸਟੇਟਹੁੱਡ ਦੀ ਲੜਾਈ ਲੜਾਂਗੇ, ਅਗਲੀ ਸਾਡੀ ਇਲੈਕਸ਼ਨ ਇਹਦੇ ਤੇ ਹੋਏਗੀ ਤੇ ਪਾਰਲੀਮੈਂਟ 'ਚ ਵੀ ਹੋਈ। ਕਿ ਅਸੀਂ ਪੰਜਾਬ ਨੂੰ ਪਹਿਲਾਂ ਉਸ ਲੈਵਲ ਦਾ ਦਿੱਲੀ ਵਰਗੀ ਸਟੇਟ ਵੱਲ ਨੂੰ ਧੱਕ ਰਹੇ ਹਾਂ ਹੌਲੀ ਹੌਲੀ, ਜਾਂ ਜੰਮੂ ਕਸ਼ਮੀਰ ਵਾਂਗ ਕੋਈ ਇਹ ਤੇ ਫੈਸਲਾ ਲਾਗੂ ਕਰਾਉਣਾ ਚਾਹੁੰਦੇ ਤੇ ਉਸ ਤੋਂ ਬਾਅਦ ਜਾ ਕੇ ਅਸੀਂ ਲੜਾਈ ਲੜਾਂਗੇ ਫੈਡਰਲਿਜ਼ਮ ਦੀ। ਔਰ ਜਾਂ ਅਸੀਂ ਜਿਹਨੂੰ ਸੋ ਕਾਲਡ ਬਤੌਰ ਵਿਚਾਰਧਾਰਾ ਤੇ ਪ੍ਰੈਗਮੈਟਿਕ ਪਾਲਿਸੀ ਕਹਿੰਦੇ ਹਾਂ, ਕਿ ਅਸੀਂ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਜਾਂ ਆਮ ਆਦਮੀ ਪਾਰਟੀ ਜਦੋਂ ਉਹਨਾਂ ਤੇ ਕੋਈ ਮਾੜਾ ਮੋਟਾ ਅਟੈਕ ਹੋਏਗਾ ਉਦੋਂ ਹੋਰ ਸਟੈਂਡ ਤੇ, ਜਦੋਂ ਅਟੈਕ ਨਹੀਂ ਹੋਏਗਾ ਫਿਰ ਹੋਰ। ਇਹ ਪ੍ਰਿੰਸੀਪਲ ਦੇ ਸਵਾਲ ਨੇ ਕਿ ਤੁਸੀਂ ਦੇਸ਼ ਨੂੰ ਫੈਡਰਲ ਦੇਖਣਾ ਚਾਹੁੰਦੇ ਹੋ ਜਾਂ ਦੇਸ਼ ਨੂੰ ਯੂਨਿਟਰੀ ਸੈਟਅਪ ਦੇ ਵਿੱਚ ਦੇਖਣਾ ਚਾਹੁੰਦੇ ਹੋ। ਤੁਸੀਂ ਫਿਰ ਇਹਦੇ ਤੇ ਪੂਰੀ ਦੇਸ਼ ਦੇ ਵਿੱਚ ਮੋਬਿਲਾਈਜ਼ ਕਰੋਗੇ ਲੋਕਾਂ ਨੂੰ ਆਪਣੇ ਨਾਲ, ਮਾਸਜ ਦੀ ਇੱਕ ਮੋਬਿਲਾਈਜੇਸ਼ਨ ਵੀ ਹੋਏਗੀ ਤੇ ਇਸੇ ਤਰ੍ਹਾਂ ਮਤਲਬ ਸਰਕਾਰਾਂ ਦੀ ਵੀ ਹੋਏਗੀ, ਸਟੇਟਾਂ ਦੀ ਵੀ ਹੋਏਗੀ, ਵੱਖ-ਵੱਖ ਪੋਲੀਟੀਕਲ ਧਿਰਾਂ ਦੀ ਵੀ ਹੋਏਗੀ ਮੋਬਿਲਾਈਜੇਸ਼ਨ। ਔਰ ਜਿਹੜਾ ਸਰਕਾਰੀਆ ਕਮਿਸ਼ਨ ਹੈ ਉਹਦੀਆਂ ਕੁਝ ਰਿਕਮੈਂਡੇਸ਼ਨਸ ਸੀਗੀਆਂ, ਉਹਨੇ ਬਹੁਤ ਜ਼ਿਆਦਾ ਗਵਰਨਰਾਂ ਦੇ ਖਿਲਾਫ ਜਾਂ ਕੁਝ ਦੀ ਬਹੁਤ ਜ਼ਿਆਦਾ ਰਿਕਮੈਂਡੇਸ਼ਨ, ਪਰ ਕੁਝ ਗੱਲਾਂ ਜ਼ਰੂਰ ਸੀ ਕਿ ਗਵਰਨਰ ਦੀ ਰਿਕਮੈਂਡੇਸ਼ਨ ਸੰਬੰਧਿਤ ਚੀਫ ਮਿਨਿਸਟਰ ਜਿਹੜਾ ਸਟੇਟ ਦਾ ਉਹਦੀ ਰਾਏ ਨਾਲ ਹੋਣੀ ਚਾਹੀਦੀ ਹੈ। ਜੇਕਰ ਉਹਦੀ ਅਪਾਇੰਟਮੈਂਟ ਹੈ ਉਹ ਆਪ ਮੁਹਾਰੇ ਨਹੀਂ ਹੋਣੀ ਚਾਹੀਦੀ, ਤਾਂ ਕਿ ਨਿਤ ਦਿਨ ਦਾ ਕਲੇਸ਼ ਜਿਹੜਾ ਉਸ ਲੈਵਲ ਦੀਆਂ ਗੱਲਾਂ ਦਾ ਨਾ ਕੀਤਾ ਜਾਏ। ਤੇ ਉਹਦੀ ਰਿਕਮੈਂਡੇਸ਼ਨ ਵੀ ਹਰ ਗੱਲ ਤੇ ਪ੍ਰਵਾਨਯੋਗ ਨਹੀਂ ਹੋਣੀ ਚਾਹੀਦੀ। ਰਿਕਮੈਂਡੇਸ਼ਨ ਜੇ ਚੁਣੀਆਂ ਸਰਕਾਰਾਂ ਨੇ ਇਸ ਢੰਗ ਨਾਲ ਧੜਾ-ਧੜ ਨਹੀਂ ਤੋੜ ਦਿੱਤੀਆਂ ਜਾਣੀਆਂ ਚਾਹੀਦੀਆਂ। ਤੇ ਉਸੇ ਦੇ ਮਾਮਲੇ ਦੇ ਵਿੱਚ ਉਹ ਇਹ ਕਹਿ ਰਹੇ ਨੇ ਲਗਾਤਾਰ ਕਿ ਇੱਕ ਕੁਝ ਤਾਂ ਇਹ ਵੀ ਕਹਿ ਰਹੇ ਨੇ ਜਿਹੜੇ ਰਿਪੋਰਟਾਂ ਕਿ ਉਹਦੇ ਵਿੱਚ ਗਵਰਨਰ ਦੇ ਖਿਲਾਫ ਅਸੈਂਬਲੀ ਨੂੰ ਰਾਈਟ ਹੋਣਾ ਚਾਹੀਦਾ ਹੈ, ਜਿਵੇਂ ਪਾਰਲੀਮੈਂਟ ਨੂੰ ਰਾਈਟ ਹੈ ਨਾ ਮਹਾਦੋਸ਼ ਲਾਉਣ ਦਾ, ਹਟਾਉਣ ਦਾ, ਪ੍ਰੈਜ਼ੀਡੈਂਟ ਨੂੰ ਵੀ ਤੇ ਵੱਖ-ਵੱਖ ਚੀਫ ਜਸਟਿਸ ਆਫ ਇੰਡੀਆ ਜਾਂ ਬਾਕੀ ਜੱਜ ਨੇ। ਤਾਂ ਜੇ ਗਵਰਨਰ ਪੰਜਾਬ ਦਾ ਗਵਰਨਰ ਹੈ ਤਾਂ ਪੰਜਾਬ ਦੀ ਚੁਣੀ ਹੋਈ ਅਸੈਂਬਲੀ ਨੂੰ ਹੱਕ ਹੋਣਾ ਚਾਹੀਦਾ ਉਹਦੇ ਖਿਲਾਫ ਕੋਈ ਐਸਾ ਕਾਰਵਾਈ ਸ਼ੁਰੂ ਕਰਨ ਦਾ। ਜੇ 2/3 ਮੈਜੋਰਿਟੀ ਜਾਂ ਜੋ ਵੀ ਰੱਖੀ ਜਾਏਗੀ ਉਹ ਜੋ ਪਾਰਲੀਮੈਂਟ ਦੇ ਵਿੱਚ ਬਾਕੀਆਂ ਦੇ ਰੱਖੀ ਹੈ, ਤਾਂ ਉਸ ਮੈਜੋਰਿਟੀ ਦੇ ਨਾਲ ਅਸੈਂਬਲੀ ਪਾਸ ਕਰਕੇ ਤਾਂ ਗਵਰਨਰ ਨੂੰ ਹਟਾਇਆ ਜਾਣਾ ਚਾਹੀਦਾ ਹੈ। ਜੇ ਪੀਪਲਜ਼ ਬਿੱਲ ਦਾ ਜਿਹੜਾ ਸਵਾਲ ਆਉਂਦਾ, ਸਾਡਾ ਚੀਫ ਮਿਨਿਸਟਰ ਤਾਂ ਇਹ ਗੱਲਾਂ ਤਾਂ ਉਠਾ ਹੀ ਨਹੀਂ ਰਹੇ ਫੈਡਰਲ ਸਟਰਕਚਰ ਦੀਆਂ ਜਿਹੜੀਆਂ ਗੱਲਾਂ ਦਾ ਮਤਲਬ ਹੁੰਦਾ, ਤੇ ਉਹ ਤਾਂ ਹੋਰ ਤਰ੍ਹਾਂ ਦੇ ਟਕਰਾਅ ਦੀ ਇੱਕ ਗੱਲ ਜਿਹੜੀ ਚੱਲ ਰਹੀ ਹੈ ਉਹ ਚੱਲੀ ਜਾਊਗੀ।
ਉਹਦੇ ਨਾਲ ਇੱਕ ਟਕਰਾਅ ਹੋਏਗਾ। ਜਿੰਨਾ ਚਿਰ ਇਹ ਕਨਸਟੀਟਿਊਸ਼ਨ ਦੇ ਵਿੱਚ ਗਵਰਨਰ ਦੀ ਪੋਸਟ ਹੈ, ਜਿੰਨਾ ਚਿਰ ਉਹਦੇ ਕੋਲ ਉਹਨੇ ਇੱਕ ਸੰਵਿਧਾਨਕ ਹੱਕ ਨੇ, ਉਹਨੇ ਦੇ ਲਈ ਫਿਰ ਤੁਹਾਨੂੰ ਸੂਚਿਤ ਕਰਨਾ ਪਏਗਾ ਤੇ ਸੂਚਨਾ 'ਚ ਜਾਣਾ ਪਏਗਾ। ਜਿਹੜਾ ਗਵਰਨਰ ਉਦੋਂ ਅੱਗੇ ਆ ਕੇ ਬਹੁਤ ਐਕਸ਼ਨ ਦਾ ਰੋਲ ਨਿਭਾਉਣਾ ਚਾਹੁੰਦੇ ਨੇ, ਉਹਨੂੰ ਚੈਲੰਜ ਕਰਨ ਦੇ ਵਾਸਤੇ ਤੁਹਾਨੂੰ ਡੈਮੋਕ੍ਰੈਟਿਕ ਵੇ ਇਹ ਹੈ ਕਿ ਅਸੈਂਬਲੀ 'ਚ ਵੀ ਰੈਜੂਲੇਸ਼ਨ ਕਰੋ, ਉਹਨਾਂ ਸਿਫਾਰਸ਼ਾਂ ਨੂੰ ਦੁਬਾਰਾ ਰਿਕਮੈਂਡ ਕਰਕੇ ਭੇਜੋ ਗਵਰਨਮੈਂਟ ਆਫ ਇੰਡੀਆ ਨੂੰ, ਤੇ ਬਾਕੀ ਲੋਕਾਂ ਦਾ ਵੀ ਸਾਥ ਲਓ ਤੇ ਇਹਦੀ ਲੜਾਈ, ਇਹਨੂੰ ਪੋਲੀਟੀਕਲ ਲੜਾਈ ਦੇ ਵਿੱਚ ਟਰਨ ਕਰੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਿਲਕੁਲ ਕਰੋ, ਪਰ ਕਰੇ ਕੌਣ? ਸਰਦਾਰ ਜਗਤਾਰ ਸਿੰਘ ਜੀ, ਇਸ ਸਵਾਲ ਨੂੰ ਜੇ ਦੂਜੇ ਐਂਗਲ ਤੋਂ ਵੀ ਦੇਖਿਆ ਜਾਵੇ ਕਿ ਜੇ ਇੰਜ ਹੋ ਰਿਹਾ, ਜੇ ਬੀਜੇਪੀ ਵਾਇਆ ਗਵਰਨਰ ਲੜ ਰਹੀ ਹੈ ਜਿਵੇਂ ਆਮ ਪੋਲੀਟੀਕਲ ਪਰਸੈਪਸ਼ਨ ਮੰਨੀ ਜਾਂਦੀ ਹੈ, ਤਾਂ ਫਿਰ ਉਹਨਾਂ ਨੂੰ ਪੰਜਾਬ ਵਿੱਚ ਇਸ ਤਰ੍ਹਾਂ ਦੇ ਐਕਟ ਦਾ ਫਾਇਦਾ ਕੀ ਹੋਊਗਾ? ਪੰਜਾਬੀ ਤਾਂ ਕਿਸੇ ਵੀ ਇਸ ਤਰ੍ਹਾਂ ਦੇ ਥ੍ਰੈਟ ਦੇ ਅੱਗੇ ਖਲੋਣ ਵਾਲੇ ਲੋਕ ਆ, ਔਰ ਇਹਨਾਂ ਨੂੰ ਤਾਂ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ, ਜਿਵੇਂ ਮੁੱਖ ਮੰਤਰੀ ਨੇ ਵੀ ਕਿਹਾ। ਮੈਂ ਤੁਹਾਡੇ ਤੋਂ ਇੱਕ ਤਾਂ ਇਹ ਗੱਲ ਸਮਝਣਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੀ ਰਣਨੀਤੀ ਵਿੱਚੋਂ ਬੀਜੇਪੀ ਨੂੰ ਕੀ ਹਾਸਲ ਹੋਣ ਵਾਲਾ, ਤੇ ਜੇਕਰ ਮੰਨ ਲਓ ਇਹਦੇ ਪਿੱਛੇ ਕੋਈ ਪੋਲੀਟੀਕਲ ਮੋਟਿਵ ਨਹੀਂ ਤਾਂ ਗਵਰਨਰ ਨੂੰ ਫਿਰ ਕੇਂਦਰੀ ਸੱਤਾ ਰੋਕ ਵੀ ਸਕਦੀ ਆ ਕਿ ਤੁਸੀਂ ਸਾਡਾ ਨੁਕਸਾਨ ਕਰ ਰਹੇ ਹੋ ਕਿ ਜਾਂ ਫਾਇਦਾ ਕਰ ਰਹੇ ਹੋ। ਸੋ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਨੂੰ ਇੱਕ ਵਰਗ ਦਾ ਕਾਫੀ ਸਮਰਥਨ ਇਸ ਮਾਮਲੇ 'ਚ ਮਿਲ ਰਿਹਾ, ਜਿੱਦਾਂ ਇੱਕ ਜਿਸ ਤਰ੍ਹਾਂ ਦੀ ਉਹ ਲੜਾਈ ਲੜ ਰਹੇ। ਪਰ ਇਹਦੇ 'ਚ ਇੱਕ ਦੂਜਾ ਸਵਾਲ ਹੈ, ਜਦੋਂ ਮੁੱਖ ਮੰਤਰੀ 3.5 ਕਰੋੜ ਲੋਕਾਂ ਦੀ ਗੱਲ ਕਰਦੇ ਨੇ ਕਿ ਮੈਂ ਉਹਨਾਂ ਦਾ ਨੁਮਾਇੰਦਾ, 92 ਸੀਟਾਂ ਆਈਆਂ, ਇਸ ਤੋਂ ਵੱਧ ਕੀ ਹੋ ਸਕਦਾ, ਪਰ ਜਦੋਂ ਕੋਈ ਹੋਰ ਵੀ ਲੜਨਾ ਚਾਹੁੰਦਾ, ਮੰਨ ਲਓ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਨਾਲ ਦੋ ਹੱਥ ਕਰਨਾ ਚਾਹੁੰਦੀਆਂ ਸੀ, ਤੁਸੀਂ ਆਪਣੀ ਸਾਰੀ ਫੋਰਸ ਲਾ ਕੇ ਜੋਤ ਪਤਾਣ ਕਰਤਾ, ਲੌਂਗੋਵਾਲ 'ਚ ਵੀ ਕਰਤਾ, ਅੰਮ੍ਰਿਤਸਰ 'ਚ, ਜਿੱਥੇ ਕਿੱਥੇ ਨਹੀਂ ਤੁਸੀਂ ਬੰਦੇ ਡੱਕੇ। ਸੋ ਮੈਨੂੰ ਲੱਗਦਾ ਕਿ ਆਪਣੇ ਤੇ ਪੈਂਦੀ ਆ ਤਾਂ ਇੰਜ ਕਰਦੇ ਤੁਸੀਂ ਕਿ ਅਸੀਂ ਵਿਚਾਰੇ ਆ ਜੀ, ਸਾਡੇ ਨਾਲ ਧੱਕਾ ਹੋ ਰਿਹਾ। ਜਦੋਂ ਤੁਸੀਂ ਧੱਕਾ ਕਰਦੇ ਹੋ, ਤੁਸੀਂ ਇਸ ਤਰ੍ਹਾਂ ਦੀਆਂ ਹੀ ਮੂਵਮੈਂਟਸ ਨੂੰ ਡੱਕਦੇ ਹੋ, ਤਾਂ ਫਿਰ ਤੁਹਾਡੇ ਤੇ ਉਹਨਾਂ ਵਿੱਚ ਅੰਤਰ ਕੀ ਰਹਿ ਜਾਂਦਾ? ਸਵਾਲ ਲੋਕ ਇਹ ਵੀ ਪੁੱਛਣ ਲੱਗ ਜਾਂਦੇ। ਮੈਂ ਬੇਸਿਕ ਗੱਲ ਇਹ ਸ਼ੁਰੂ ਕਰਦਾ, ਜਿਹੜੀ ਹਮੀਰ ਹੋਰਾਂ ਨੇ ਗੱਲ ਕੀਤੀ ਵੀ ਇਹ ਸਿਆਸੀ ਲੜਾਈ ਲੜਨੀ ਚਾਹੀਦੀ ਹੈ। ਤੁਹਾਡੀ ਅਖੀਰਲੀ ਗੱਲ ਦਾ ਜਵਾਬ ਇੱਥੇ ਹੀ ਮਿਲ ਜਾਂਦਾ। ਜੇ ਜਦੋਂ ਇਹਨਾਂ ਦੇ ਪੈਂਦੀ ਹੈ ਉਦੋਂ ਤਾਂ ਇਹ ਗੱਲ ਕਰਦੇ ਫੈਡਰਲਿਜ਼ਮ ਦੀ, ਜਦੋਂ ਕਿਸਾਨਾਂ ਦੀ ਗੱਲ ਆਉਂਦੀ ਤਾਂ ਆਪਣੇ 2 ਦਿਨ ਪਹਿਲਾਂ ਹੀ ਹੋਇਆ। ਚਾਹੀਦਾ ਤਾਂ ਇਹਨਾਂ ਨੂੰ ਇਹ ਸੀ ਕਿ ਆਪ ਲੀਡ ਕਰਦੇ। ਮੈਂ ਉਸ ਦਿਨ ਵੀ ਗੱਲ ਕੀਤੀ ਸੀਗੀ ਕਿ ਕਿਸਾਨਾਂ ਦੇ ਡੈਲੀਗੇਸ਼ਨ ਨੂੰ ਕੋਈ PM ਕੋਲ ਲੈ ਕੇ ਜਾਂਦੇ ਵੀ ਆ ਸਾਡੀਆਂ ਸਟੇਟ ਦੇ ਮਸਲੇ ਹੈਗੇ ਆ ਲਾਂਗ ਟਰਮ, ਇੱਕ ਵਾਰੀ ਤੁਸੀਂ ਸਾਰੇ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰ ਲਓ, ਉਹਦੇ 'ਚ ਏਜੰਡਾ ਇਵਾਲਵ ਕਰ ਲਓ, ਰੋਜ਼ ਇਹ ਮਸਲੇ ਨਹੀਂ ਹੋਣੇ ਚਾਹੀਦੇ, ਤੇ ਫਾਈਨਲ ਤੁਸੀਂ ਇੱਕ ਲੀਡ ਕਰੋ ਡੈਲੀਗੇਸ਼ਨ PM ਨਾਲ, ਤੇ ਉੱਥੇ ਇਸ਼ੂ ਟੇਕ ਅਪ ਕੀਤੇ ਜਾਣ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਨਾਲ ਲਓ 4-5, ਸੈਂਟਰ ਦੇ ਨਾਲ ਸਾਰੇ ਗੱਲ ਟੇਕ ਅਪ ਕਰੋ। ਦਿੱਕਤ ਹੋਰ ਥਾਂ ਤੇ ਹੁੰਦੀ ਹੈ। ਦਿੱਕਤ ਇਹ ਹੈ ਕਿ ਜਿੰਨੀ ਫੈਡਰਲਿਜ਼ਮ ਦੀ ਜਿਹੜੀ ਲੜਾਈ ਹੈ ਜਾਂ ਇਸ਼ੂਜ਼ ਹੈਗੇ ਟੇਕ ਅਪ ਕਰਦੇ ਆ, ਇਹ ਰੀਜਨਲ ਪਾਰਟੀਆਂ ਕਰਦੀਆਂ, ਲੇਕਿਨ ਰੀਜਨਲ ਪਾਰਟੀ ਦਾ ਜਿਹੜਾ ਆਪਣਾ ਆਰਕੀਟੈਕਚਰ ਹੈ ਉਹ ਫੈਡਰਲ ਨਹੀਂ ਹੈ। ਇਹ ਜ਼ਿਆਦਾ ਸਿਆਸੀ ਪਾਰਟੀਆਂ, ਇਹ ਫੈਮਿਲੀ ਓਨਡ ਪਾਰਟੀਆਂ। ਅਕਾਲੀ ਦਲ ਜੀ ਦਾ ਐਡਾ ਵੱਡਾ ਇਤਿਹਾਸ ਸੀ ਲੜਾਈ ਦਾ, ਉਹ ਵੀ ਹੁਣ ਫੈਮਿਲੀ ਓਨਡ ਹੈ। ਸਭ ਤੋਂ ਜ਼ਿਆਦਾ ਲੜਾਈ ਤਾਂ ਤਾਮਿਲਨਾਡੂ ਔਰ ਅਕਾਲੀ ਦਲ ਨੇ ਟੇਕ ਅਪ ਕੀਤੀ ਹੈ। ਤਾਮਿਲਨਾਡੂ ਦੀਆਂ ਪਾਰਟੀਆਂ ਵੀ ਹੁਣ ਫੈਮਿਲੀ ਓਨਡ ਹੈ। ਇੱਥੇ ਸਾਰੀ ਦਿੱਕਤ ਹੈ। ਸਾਡੀ ਜਿਹੜੀ ਆਪਣੀ ਸੋਚ ਹੈ ਪਰਸਨਲ ਜੀ, ਉਹ ਫੈਡਰਲ ਸੋਚ ਨਹੀਂ ਹੈ, ਨਾ ਹੀ ਡੈਮੋਕ੍ਰੈਟਿਕ ਹੈ। ਅਸੀਂ ਤਾਂ ਘਰ ਦੇ ਵਿੱਚ ਬੱਚੇ ਨੂੰ ਬੋਲਣ ਨਹੀਂ ਦਿੰਦੇ ਵੀ ਵੱਡੇ ਸਾਹਮਣੇ ਨਹੀਂ ਬੋਲਣਾ। ਉਹ ਆਟੋਕ੍ਰੈਟਿਕ ਜਿਹੜੀ ਸੋਚ ਹੈ ਸਾਡੇ ਇਨਬਿਲਟ ਹੈ, ਸਾਡਾ DNA ਵਿੱਚ ਡੈਮੋਕ੍ਰੈਟਿਕ ਸੋਚ ਹੈ ਹੀ ਨਹੀਂ। ਇੱਥੇ ਦਿੱਕਤ ਹੈ ਵੀ ਵੱਡੇ ਸਾਹਮਣੇ ਬੋਲਣਾ ਨਹੀਂ ਜੀ, ਨਿਉਕੇ ਗੱਲ ਕਰਨੀ ਹੈ, ਉਹਦੇ ਸਾਰਾ ਕੁਝ ਹੀ ਆ ਜਾਂਦਾ ਹੈ। ਸਾਡੀ ਜਿਹੜੀ ਸੋਚ ਹੈ ਕੁਐਸਚਨ ਮਾਰਕ ਉਹ ਤੇ ਹੈ। ਮੈਂ ਇਹ ਗੱਲ ਹੋਰ ਕਰਦਾ, ਜਦੋਂ ਆਪਾਂ ਮੋਟਿਵ ਦੀ ਗੱਲ ਕਰਦੇ ਹਾਂ, ਆਰਟੀਕਲ 356 ਇਹ ਗਵਰਨਰ ਨਹੀਂ ਲਾਉਂਦਾ ਹੁੰਦਾ, ਉੱਪਰੋਂ ਡਾਇਰੈਕਸ਼ਨ ਆਉਂਦੀ ਹੈ ਕੇਂਦਰ ਤੋਂ। ਗਵਰਨਰ ਦਾ ਸਿਰਫ ਪੋਸਟ ਆਫਿਸ ਹੈ। ਗਵਰਨਰ ਨੂੰ ਤਾਂ ਕਿਹਾ ਜਾਂਦਾ ਭਾਈ ਤੁਸੀਂ ਰਿਪੋਰਟ ਭੇਜੋ, ਅਸੀਂ 356 ਲਾਉਣਾ। ਇਹ ਗਵਰਨਰ ਰੂਲ ਨਹੀਂ ਹੁੰਦਾ। ਜਦੋਂ ਸਰਕਾਰ ਡਿਸਮਿਸ ਹੁੰਦੀ ਹੈ ਉਸ ਤੋਂ ਬਾਅਦ ਟੈਕਨੀਕਲੀ ਉਹ ਪ੍ਰੈਜ਼ੀਡੈਂਟ ਰੂਲ ਹੈ। ਜਿਹੜੀ ਪ੍ਰੋਕਲੇਮੇਸ਼ਨ ਆਉਣੀ ਹੈ ਉਹ ਉੱਪਰੋਂ ਕੇਂਦਰ 'ਚ ਆਉਣੀ ਹੈ, ਪ੍ਰੈਜ਼ੀਡੈਂਟ ਨੇ ਸਾਈਨ ਕਰਨੀ। ਉਹ ਸਿਸਟਮ ਹੈ। ਸੋ ਜਦ ਤੱਕ ਕੇਂਦਰ ਨਹੀਂ ਚਾਹੇਗਾ ਇੱਥੇ ਪ੍ਰੈਜ਼ੀਡੈਂਟ ਰੂਲ ਨਹੀਂ ਲੱਗ ਸਕਦਾ। ਤੇ ਕੀ ਜਦੋਂ ਗਵਰਨਰ 356 ਦਾ ਡਰਾਵਾ ਦੇ ਰਿਹਾ ਹੈ, ਇਹਦਾ ਮਤਲਬ ਇਸ਼ਾਰਾ ਕੋਈ ਦਿੱਲੀ ਤੋਂ ਹੈ। ਅੱਗੇ ਇਸ਼ਾਰੇ ਨਹੀਂ ਸੀ ਹੁੰਦੇ, ਅੱਗੇ ਸਿੱਧਾ ਪੰਜਾਬ ਵਿੱਚ ਪ੍ਰੈਜ਼ੀਡੈਂਟ ਰੂਲ ਉਦੋਂ ਹੀ ਪਤਾ ਲੱਗਦਾ ਸੀ ਵੀ ਦਿੱਲੀੋਂ ਅਨਾਉਂਸਮੈਂਟ ਹੋ ਗਈ, ਸਰਕਾਰ ਡਿਸਮਿਸ ਹੋ ਜਾਂਦੀ ਸੀਗੀ। ਹੁਣ ਇਹ ਥ੍ਰੈਟ ਕੀਤਾ ਜਾ ਰਿਹਾ ਹੈ। ਸੋ ਮੈਂ ਗੱਲ ਮੋਟੀ ਜੀ ਕੀਤੀ ਹੈ, ਜਦੋਂ ਮੋਟਿਵ ਦੀ ਗੱਲ ਕਰਦੇ ਹੈ ਗਵਰਨਰ ਲਾ ਹੀ ਨਹੀਂ ਸਕਦਾ। ਗਵਰਨਰ ਸਿਰਫ ਕੇਂਦਰ ਨੂੰ ਰਿਪੋਰਟ ਭੇਜ ਸਕਦਾ ਹੈ। ਸਰਕਾਰ ਡਿਸਮਿਸ ਕਰਨੀ ਕੇਂਦਰ ਦਾ ਕੰਮ ਹੈ, ਗਵਰਨਰ ਦਾ ਕੰਮ ਨਹੀਂ ਹੈ।
ਗਵਰਨਰ ਦੇ ਕੋਲੇ ਸਰ ਰਿਪੋਰਟ, ਇਹਨੇ ਰਿਪੋਰਟ ਭੇਜਣੀ ਹੈ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਨੋਟੀਫਿਕੇਸ਼ਨ ਸਾਈਨ ਕਰਨਾ ਹੈ। ਗਵਰਨਰ ਦਾ ਰੋਲ ਸਿਰਫ ਪੋਸਟ ਆਫਿਸ ਦਾ ਹੈ ਜੀ, ਇਸ ਤੋਂ ਜ਼ਿਆਦਾ ਨਹੀਂ ਹੈ। ਇਸ ਕਰਕੇ ਜੇ ਇਹ ਥ੍ਰੈਟ ਇਸ਼ੂ ਕਰਦੇ ਹੈ ਕਿ ਅਸੀਂ 356 ਲਾ ਦਿਆਂਗੇ, ਇਹਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਇਹਦੇ ਪਿੱਛੇ, ਇਸ ਥਿੰਕ ਦੇ ਪਿੱਛੇ ਇਨਵੋਲਵ ਹੈ। ਜੀ, ਇਹ ਪ੍ਰੂਫ ਹੈ ਆਪਣੇ ਆਪ ਦੇ ਵਿੱਚ। ਸੋ ਇਹ ਲੜਾਈ ਵੱਡੀ ਹੈ। ਜਿਹੜੀ ਗੱਲ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਸਿਆਸੀ ਲੜਾਈ ਕਿਉਂ ਨਹੀਂ ਬਣਾਉਂਦੀ, ਦਿੱਲੀ ਵਿੱਚ ਕੇਜਰੀਵਾਲ ਨੇ ਆਰਡੀਨੈਂਸ ਮਾਮਲੇ ਨੂੰ ਸਿਆਸੀ ਲੜਾਈ ਬਣਾਇਆ? ਉਹ ਤਾਂ ਲੀਗਲ ਲੜਾਈ ਤੇ ਪਾਰਲੀਮੈਂਟਰੀ ਫੋਰਮ ਦੀ ਲੜਾਈ ਉੱਥੇ ਬਣਾਈ ਹੈ। ਆਮ ਮਾਸੇਜ ਨੂੰ ਇਨਵੋਲਵ ਕਰਕੇ ਉਹਨਾਂ ਨੇ ਵੀ ਆਪਣੀ ਲੜਾਈ ਨਹੀਂ ਬਣਾਈ। ਅਸੀਂ ਜ਼ਬਰਦਸਤੀ ਲੜਾਈ ਉਹਨਾਂ ਦੇ ਗਲ ਪਾਉਣ ਦੀ ਕੋਸ਼ਿਸ਼ ਕਿਉਂ ਕਰੀਏ ਬਈ? ਜੇ ਸਿਆਸੀ ਲੀਡਰ ਖੁਦ ਵੀ ਲੜਾਈ ਨਹੀਂ ਲੜਨਾ ਚਾਹੁੰਦੇ ਤੇ ਇਹ ਮਸਲਾ ਉਹਨਾਂ ਦਾ ਹੈ। ਇਹ ਵੱਡੇ ਇਸ਼ੂ ਹੈਗੇ ਹੈ। ਖਾਸ ਕਰਕੇ ਜਿਹੜਾ ਫੈਡਰਲਿਜ਼ਮ ਦਾ ਹੈ, ਕੰਸਟੀਟਿਊਸ਼ਨ ਦੇ ਵਿੱਚ ਪ੍ਰੋਵਾਈਡਡ ਸੀਗਾ। ਫੈਡਰਲਿਜ਼ਮ ਨੂੰ ਅਸੀਂ ਸੈਂਟਰਲਾਈਜ਼ ਕਰ ਲਿਆ। ਉਹਦੇ ਵਿੱਚ ਕਾਂਗਰਸ ਤੇ ਬੀਜੇਪੀ ਦੋਵਾਂ 'ਚ ਕੋਈ ਫਰਕ ਨਹੀਂ ਹੈ। ਲੈ ਦੇ ਕੇ ਤਾਂ ਅਲਟੀਮੇਟਲੀ ਰੀਜਨਲ ਪਾਰਟੀਆਂ ਰਹਿ ਜਾਂਦੀਆਂ, ਤੇ ਰੀਜਨਲ ਪਾਰਟੀਆਂ ਭਾਵੇਂ ਨਾਅਰਾ ਲਾਉਂਦੀਆਂ ਹੈ ਜਾਂ ਅਕਾਲੀ ਦਲ ਵਰਗੀਆਂ ਪਾਰਟੀਆਂ ਨੇ ਇੱਕ ਫਰੇਮਵਰਕ ਹੀ ਬਹੁਤ ਵੱਡਾ ਦਿੱਤਾ ਫੈਡਰਲਿਜ਼ਮ ਦਾ, ਲੇਕਿਨ ਇਹਨਾਂ ਦੀ ਆਪਣੀ ਫੰਕਸ਼ਨਿੰਗ ਤਾਂ ਇਸ ਵੇਲੇ ਫੈਮਿਲੀ ਬੇਸਡ ਹੈ। ਸੋ ਲੜਾਈ ਕੌਣ ਲੜੇਗਾ? ਵਿਕਟਿਮ ਪੰਜਾਬ ਦੇ ਲੋਕ ਹੈ। ਮੇਰਾ ਅੱਜ ਵੀ ਸਟੈਂਡ ਹੈ ਕਿ ਜਿਹੜੀ ਗਵਰਨਰ ਤੇ ਪੰਜਾਬ ਆਪਣੇ ਸੀਐਮ ਦੀ ਲੜਾਈ ਹੈ, ਇਹਦੇ 'ਚ ਲੋਕ ਵਿਕਟਿਮ ਨਹੀਂ ਹੋਣੇ ਚਾਹੀਦੇ। ਪੰਜਾਬ ਦੇ ਲੋਕਾਂ ਨੇ ਬਹੁਤ ਸਫਰ ਕੀਤਾ ਹੈ ਐਕਸਟ੍ਰੀਮ ਤੇ ਜਾ ਕੇ। 5.5 ਸਾਲ ਜੋ ਕੁਝ ਪੰਜਾਬ ਦੇ ਵਿੱਚ ਇੱਥੇ ਨੰਗਾ ਨਾਚ ਚੱਲਿਆ ਬਿਊਰੋਕ੍ਰੇਸੀ ਦਾ ਤੇ ਪੁਲਿਸ ਦਾ, ਉਹ ਸਭ ਨੂੰ ਪਤਾ ਹੈ। ਪੰਜਾਬ ਦੇ ਲੋਕ ਉਹ ਹਾਲਤਾਂ ਨਹੀਂ ਚਾਹੁੰਦੇ, ਭਾਵੇਂ ਉਹ ਸਿਚੁਏਸ਼ਨ ਵੱਖਰੀ ਸੀਗੀ, ਲੇਕਿਨ ਉਹ ਪ੍ਰੈਜ਼ੀਡੈਂਟ ਰੂਲ ਸੀ ਤੇ ਥਰੂ ਗਵਰਨਰ ਸੀਗਾ। ਪੰਜਾਬ ਉਹ ਸਿਚੁਏਸ਼ਨ ਦੁਬਾਰਾ ਨਹੀਂ ਦੇ ਸਕਦਾ। ਸਰਦਾਰ ਹਮੀਰ ਸਿੰਘ ਜੀ, ਜੇ ਤੁਸੀਂ ਸੁਣ ਰਹੇ ਹੋ, ਸਰਦਾਰ ਜਗਤਾਰ ਸਿੰਘ ਹੋਰਾਂ ਦੀਆਂ ਗੱਲਾਂ ਤੁਸੀਂ ਸੁਣ ਲਈਆਂ ਹੋਣਗੀਆਂ, ਤਾਂ ਇੱਥੇ ਸਵਾਲ ਇਹੀ ਹੈ ਸਭ ਤੋਂ ਅਹਿਮ ਕਿ ਜੇ ਬੀਜੇਪੀ ਕੁਝ ਚਾਹ ਰਹੀ ਹੈ ਪੰਜਾਬ ਦੇ ਵਿੱਚੋਂ, ਜਿਵੇਂ ਕਿ ਕਿਹਾ ਜਾ ਰਿਹਾ ਕਿ ਇਹ ਸਾਰੀ ਲੜਾਈ ਪਾਰਟੀਆਂ ਦੀ ਲੜਾਈ ਆ, 2024 ਦੀ ਲੜਾਈ ਆ, ਔਰ ਇੱਕ ਸੀਟ ਲਈ ਮਾਰੋ ਮਾਰੀ ਆ। ਇਹ 300 ਸੀਟਾਂ ਦਾ ਅੰਕੜਾ, ਜਾਦੂਈ ਅੰਕੜਾ ਪਾਰ ਕਰਨਾ ਇਸ ਵਾਰੀ ਥੋੜਾ ਔਖਾ ਹੋ ਸਕਦਾ। 10 ਸਾਲ ਦੇ ਵਿੱਚ ਲੋਕ ਕਈ ਨਾਰਾਜ਼ ਵੀ ਹੋ ਜਾਂਦੇ ਆ। ਤੁਹਾਡਾ ਕੋਰ ਵੋਟ ਵੀ ਕਈ ਵਾਰੀ ਤੁਹਾਡੇ ਤੋਂ ਨਿਰਾਸ਼ ਹੋ ਜਾਂਦਾ ਹੈ ਕਿ ਤੁਸੀਂ ਦਿਖਾਵਾ ਜ਼ਿਆਦਾ ਕਰਦੇ ਹੋ, ਮੇਰੀ ਮਨ ਇੱਛਾ ਪੂਰੀ ਘੱਟ ਕਰਦੇ ਹੋ, ਵਾਅਦੇ ਵੱਡੇ ਹੁੰਦੇ ਆ। ਬੀਜੇਪੀ ਨੂੰ ਇਹਦਾ ਜੇ ਲਾਭ ਨਹੀਂ ਮਿਲਦਾ ਜਾਂ ਪੰਜਾਬ ਦੇ ਸੁਭਾਅ ਅਨੁਸਾਰ ਇਹਦੀ ਕੋਈ ਆਊਟਪੁੱਟ ਨਹੀਂ ਆਉਣੀ, ਤਾਂ ਇਹ ਲੜਾਈ ਖਿੱਚੀ ਕਿਉਂ ਜਾ ਰਹੀ ਹੈ? ਜਿਹੜੇ ਮੈਂ ਸਵਾਲ ਸਰਦਾਰ ਜਗਤਾਰ ਸਿੰਘ ਜੀ ਨੂੰ ਕੀਤੇ ਆ, ਸੇਮ ਮੈਂ ਤੁਹਾਨੂੰ ਬੇਨਤੀ ਕਰ ਰਿਹਾ। ਅਸਲ ਦੇ ਵਿੱਚ ਇਹ ਗੱਲ ਬਿਲਕੁਲ ਹੈ, ਭਗਵੰਤ ਮਾਨ ਹੋਣੀ ਜਦੋਂ ਆਪਣੇ ਡਿਫੈਂਸ ਚ ਆਉਂਦੀ ਚੀਜ਼ ਹੈ ਨਾ, ਤੇ ਉਦੋਂ ਵਰਤ ਲੈਂਦੇ ਨੇ। ਅੱਜ ਵੀ ਉਹਨਾਂ ਨੇ ਕਲੀਅਰ ਕੱਟ ਕਿਹਾ ਹੈ ਕਿ ਕਿਸਾਨਾਂ ਦੀਆਂ 99% ਮੰਗਾਂ ਕੇਂਦਰ ਸਰਕਾਰ ਨਾਲ ਨੇ। ਗਵਰਨਰ ਨੇ ਮੈਨੂੰ ਕਦੇ ਨਹੀਂ ਕਿਹਾ ਵੀ ਆਜੋ ਆਪਾਂ ਇਕੱਠੇ ਹੋ ਕੇ ਚੱਲਦੇ ਆ ਤੇ ਉੱਥੇ ਪ੍ਰਧਾਨ ਮੰਤਰੀ ਨੂੰ ਮਿਲਦੇ ਆ ਤੇ ਇਹਨਾਂ ਦੀਆਂ ਮੰਗਾਂ ਦੇ ਵਾਸਤੇ, ਕਦੇ ਨਹੀਂ ਲਿਖਿਆ ਮੈਨੂੰ। ਉਹਨਾਂ ਨੇ ਕਦੇ ਵੀ ਜਿਹੜਾ ਪੇਂਡੂ ਵਿਕਾਸ ਫੰਡ ਹੈ ਉਹਨਾਂ ਬਾਰੇ ਕਦੇ ਨਹੀਂ ਕਿਹਾ। GST ਦਾ ਬਕਾਇਆ ਪਿਆ ਉਹਦੇ ਬਾਰੇ ਕਦੇ ਨਹੀਂ ਕਿਹਾ ਚੱਲੀਏ। ਹਾਲਾਂਕਿ ਚੀਫ ਮਿਨਿਸਟਰ ਨੂੰ ਚਾਹੀਦਾ ਕਿ ਗਵਰਨਰ ਨਹੀਂ ਕਹਿੰਦੇ ਹੁੰਦੇ, ਤੁਹਾਡੀ ਚੁਣੀ ਹੋਈ ਸਰਕਾਰ ਦਾ ਸਵਾਲ ਹੈ। ਤੁਸੀਂ ਅੱਜ ਤੱਕ ਕਿਸਾਨਾਂ ਦੀਆਂ ਮੰਗਾਂ ਬਾਰੇ ਪ੍ਰਾਈਮ ਮਿਨਿਸਟਰ ਕੋਲ ਕਦੇ ਗਏ? ਕਦੇ ਹੋਮ ਮਿਨਿਸਟਰ ਨਾਲ ਗੱਲ ਕੀਤੀ? ਤੁਸੀਂ ਤਾਂ ਉਲਟਾ ਉਹਨਾਂ ਤੇ ਇੱਥੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਇੱਥੇ ਰੋਕਣ ਚ ਲੱਗ ਗਏ। ਤੁਹਾਡੇ ਤੇ ਵੀ ਤਾਂ ਸਵਾਲ ਆਉਂਦਾ ਜੇ ਇਕੱਲਾ ਗਵਰਨਰ ਤੇ ਆਉਂਦਾ ਜੇ ਤੁਸੀਂ ਕਰ ਰਹੇ ਹੋ। ਤੇ ਦੂਜੀ ਗੱਲ, ਉਹ 356 ਲਾ ਕੇ ਜਾਂ 356 ਤੋਂ ਹੋਰ ਆਲੇ ਦੁਆਲੇ ਦੀਆਂ ਚੀਜ਼ਾਂ ਰਾਹੀਂ ਸਟੇਟ ਗਵਰਨਮੈਂਟਾਂ ਤੋੜਦੇ ਨੇ। ਤੁਸੀਂ ਜ਼ਿਲ੍ਹਾ ਪ੍ਰੀਸ਼ਦ ਪੰਚਾਇਤਾਂ ਤੇ ਬਲਾਕ ਸਮਿਤੀਆਂ 5 ਮਹੀਨੇ ਪਹਿਲਾਂ ਭੰਗ ਕਰਤੀਆਂ। ਸਾਡੇ ਕੋਲ ਹੈ ਉਹ ਵੀ ਤਾਂ ਉਹੀ ਦੁਰਵਰਤੋਂ ਹੈ ਕਿ ਤੁਸੀਂ ਕਹਿੰਦੇ ਹੋ ਤੁਹਾਨੂੰ ਚੋਣਾਂ ਕਰਾਉਣ ਦਾ ਹੱਕ ਹੈ ਜੀ। ਹਾਲਾਂਕਿ ਕੋਰਟ 'ਚ ਮਾਮਲਾ ਤੇ ਕੋਰਟ ਡਿਸਾਈਡ ਕਰੇਗਾ ਜੇ ਤੁਹਾਨੂੰ ਹੱਕ ਹੈ ਜਾਂ ਨਹੀਂ ਹੈ, ਪਰ ਫੈਸਲਾ ਤਾਂ ਤੁਸੀਂ ਵੀ ਉੱਪਰੋਂ ਸੁਣਾ ਪੈਣਾ ਹੋਇਆ ਜਾਈਏ। ਐਟੀਟਿਊਡ 'ਚ ਤਾਂ ਕੋਈ ਫਰਕ ਨਹੀਂ। ਇਸੇ ਕਰਕੇ ਉਹ ਚੀਜ਼ਾਂ ਨਹੀਂ ਵਾਪਰ ਰਹੀਆਂ ਕਿਸੇ ਵੀ ਰੂਪ ਦੇ ਵਿੱਚ। ਅਗਲੀ ਗੱਲ ਇਹ ਹੈ ਵੀ ਜਿਹੜਾ ਬੀਜੇਪੀ ਨੂੰ ਫਾਇਦਾ ਹੋਣਾ ਜਾਂ ਨਾ ਹੋਣ ਦਾ ਕੁਐਸਚਨ ਹੈ। ਮੈਨੂੰ ਲੱਗਦਾ ਜਿਹੜੀ ਸਟ੍ਰੈਟਜੀ ਹੈ ਓਵਰਆਲ ਬੀਜੇਪੀ ਦੀ ਨੈਸ਼ਨਲ ਲੈਵਲ ਤੇ ਜਿੱਥੇ ਤਾਂ ਬੀਜੇਪੀ ਨੂੰ ਸ਼ੂਟ ਕਰਦਾ ਸੀ ਆਮ ਆਦਮੀ ਪਾਰਟੀ, ਉਹਨਾਂ ਨੇ ਬੜੇ ਉਸ ਢੰਗ ਨਾਲ ਕੀਤਾ। ਚਾਹੇ ਜਿੱਥੇ ਵੀ ਮਰਜ਼ੀ ਵੀ ਇਹ ਬੰਦੇ ਖੜੇ ਕਰਨ, ਹਿਮਾਚਲ 'ਚ ਵੀ ਕਰਨ ਤੇ ਉੱਤਰਾਖੰਡ 'ਚ ਵੀ ਕਰਨ, ਗੁਜਰਾਤ 'ਚ ਵੀ ਕਰਨ, ਕਾਂਗਰਸ ਡਿਫੀਟ ਹੋ ਜਾਏਗੀ, ਉਹਦੇ ਨਾਲ ਆਹ ਹੋ ਜਾਏਗਾ ਉਹ ਸਾਰਾ ਕੁਛ ਕੀਤਾ। ਪਰ ਉਦੋਂ ਬਾਅਦ ਜਦੋਂ ਆਰਡੀਨੈਂਸ ਦੇ ਇਸ਼ੂ ਤੇ ਬਾਕੀ ਦੇ ਇਸ਼ੂ ਤੇ ਇਹ ਹੋਣ ਲੱਗ ਗਿਆ ਕਿ ਇਹ ਟਕਰਾਅ ਦੀ ਬਜਾਏ ਇਹ ਕਿਸੇ ਅਲਾਇੰਸ ਵੱਲ ਵੀ ਜਾ ਸਕਦੇ ਨੇ, ਜਦੋਂ ਇਹ ਗੱਲਾਂ ਸਟਾਰਟ ਹੋਈਆਂ ਸ਼ੁਰੂਆਤੀ ਦੌਰ ਦੇ ਵਿੱਚ, ਤਾਂ ਉਦੋਂ ਬਾਅਦ ਮੈਨੂੰ ਲੱਗਦਾ ਬੀਜੇਪੀ ਨੇ ਇੱਕ ਤਾਂ ਕੇਜਰੀਵਾਲ ਨੂੰ
ਉੱਥੇ ਦਿੱਲੀ 'ਚ ਸਟਕ ਕਰਨ ਦੇ ਵਾਸਤੇ ਉਹ ਸਾਰੀਆਂ ਐਕਸਾਈਜ਼ ਪਾਲਿਸੀ 'ਚ ਕਿੰਨੇ ਲੀਡਰ ਅੰਦਰ ਨੇ, ਜ਼ਮਾਨਤ ਅਜੇ ਤੱਕ ਨਹੀਂ ਹੋ ਰਹੀ, ਬਾਕੀ ਚੀਜ਼ਾਂ ਨੇ। ਤੇ ਨਾਰਮਲੀ ਕੇਜਰੀਵਾਲ ਦਾ ਜਿਹੜਾ ਮਿਸ਼ਨ 24 ਸੀ ਨਾ, ਕਿ ਮੈਂ ਇੱਕ ਆਪਣੇ ਆਪ ਨੂੰ ਇੱਕ ਐਸੇ ਕੇਸ ਦੇ ਤੌਰ ਤੇ ਉਭਾਰਦਾ ਕਿ ਇੱਕ ਲੀਡਰ ਤਾਂ ਪੈਦਾ ਹੋ ਰਿਹਾ ਜਿਹੜਾ ਮੋਦੀ ਦੇ ਮੁਕਾਬਲੇ ਹੈ। ਜਦੋਂ ਰਾਹੁਲ ਗਾਂਧੀ ਥੋੜਾ ਜਿਹਾ ਉਸ ਪਾਸੇ ਸੀ, ਉਹ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦਾ ਇਮੇਜ ਤੇ ਸ਼ਖਸੀਅਤ ਅਲੱਗ ਟਾਈਪ ਦੀ ਹੋਈ ਹੈ, ਪਰ ਇਦੋਂ ਪਹਿਲਾਂ ਇਹ ਕਹਿੰਦੇ ਸੀ ਕਿ ਸਾਡੇ ਕੋਲ ਆ ਲੀਡਰ ਤਾਂ ਕੱਲਾ, ਬਾਕੀ ਕੋਲ ਲੀਡਰ ਨਹੀਂ ਹੈ। ਕੇਜਰੀਵਾਲ ਉਦੋਂ ਬਾਅਦ ਜਾਂਦੇ ਨੇ ਕੇਜਰੀਵਾਲ ਤੇ ਭਗਵੰਤ ਮਾਨ ਆਲੇ ਦੁਆਲੇ ਗੇੜਾ ਗੂੜਾ ਮਾਰਨ, ਪਰ ਉਹ ਹੁਣ ਇੰਡੀਆ ਅਲਾਇੰਸ 'ਚ ਆ ਗਏ ਨੇ। ਤੇ ਇੰਡੀਆ ਅਲਾਇੰਸ ਦੇ ਵਿੱਚ ਕਾਂਗਰਸ ਕਹਿ ਰਹੀ ਹੈ ਪੰਜਾਬ 'ਚ ਇਹ ਗਲਤ ਹੋ ਰਿਹਾ, ਸਾਨੂੰ ਨੁਕਸਾਨ ਹੋਏਗਾ, ਪਰ ਹੁਣ ਇਹ ਡਿਫੈਂਡ ਕਰਨ ਲੱਗੇ ਨੇ ਉਸ ਅਲਾਇੰਸ ਨੂੰ ਵੱਖ-ਵੱਖ ਜਗ੍ਹਾ ਜਾ ਕੇ ਜਿਹੜੇ ਬਾਕੀ ਦੇ ਮਾਮਲਿਆਂ ਦੇ ਵਿੱਚ। ਤਾਂ ਬੀਜੇਪੀ ਦਾ ਟਾਰਗੇਟ ਹੋਰ ਵੀ ਜ਼ਿਆਦਾ ਹੋ ਸਕਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿ ਉਸ ਅਲਾਇੰਸ ਤੇ ਦਾਅਵੇ ਦੇ ਤੌਰ ਤੇ ਬਾਹਰ ਨਿਕਲਣ ਜਾਂਦਾ, ਉਹਦੇ ਨਾਲ ਨਾ ਜਾਣੇ ਕਿਸੇ ਨਾ ਕਿਸੇ ਰੂਪ 'ਚ। ਇਹ ਸਟੇਟ ਪਾਰਟੀ ਆਪਣੇ ਆਪ ਦਿੱਲੀ ਤੇ ਉੱਥੇ ਤੱਕ ਸੀਮਿਤ ਰਹਿਣ ਤੇ ਉੱਥੇ ਤੱਕ ਜਾਂ ਤਾਂ ਕੰਪਰੋਮਾਈਜ਼ ਕਰਨ ਬੀਜੇਪੀ ਨਾਲ। ਉਹਨਾਂ ਇਹਨਾਂ ਚੀਜ਼ਾਂ ਦੇ ਵਿੱਚ ਦਬਾਅ ਪਾਉਣ ਦੇ ਮਤਲਬ ਸਿਆਸੀ ਇਹੀ ਹੁੰਦੇ ਨੇ ਕਿ ਤੁਸੀਂ ਲਿਖਤੀ ਦੀ ਬਹੁਤੀ ਵਾਰੀ ਹੁੰਦੇ ਤੇ ਵੈਸੇ ਹੀ ਹੁੰਦੇ ਨੇ, ਇੱਕ ਮੈਸੇਜ ਕਨਵੇ ਕਰਨੇ ਹੁੰਦੇ ਨੇ ਵੀ ਜਿਵੇਂ ਤੁਸੀਂ ਚਾਹੋਗੇ ਇੱਥੇ ਸਾਨੂੰ ਰਾਜ ਕਰਨ ਦੇ ਦਿਓ ਚੈਨ ਨਾਲ, ਬਾਕੀ ਤੁਹਾਡੇ ਨਾਲ ਆ, ਅਸੀਂ ਕੋਈ ਐਡੀ ਕੋਈ ਗੱਲ ਨਹੀਂ ਹੈ। ਇਹ ਬਹੁਤ ਪੋਲੀਟੀਕਲ ਇੱਕ ਅਪਰੋਚ ਦਾ ਸਵਾਲ ਹੈ, ਇਕੱਲੇ ਪੰਜਾਬ ਦੀਆਂ 13 ਸੀਟਾਂ ਦਾ ਸਵਾਲ ਨਹੀਂ ਹੈ। ਦੇਸ਼ ਦੇ ਵਿੱਚ ਜੋ ਮਾਹੌਲ ਬਣੇਗਾ ਓਵਰਆਲ, ਜਿਸ ਲੈਵਲ ਦਾ ਅਲਾਇੰਸ ਬਣਨ ਜਾ ਰਿਹਾ, ਜੇ ਬੀਜੇਪੀ ਨੂੰ ਕੋਈ ਚੈਲੰਜ ਮਹਿਸੂਸ ਹੋ ਰਿਹਾ, ਜਿਹਦੇ ਕਰਕੇ ਬੀਜੇਪੀ 38 ਪਾਰਟੀਆਂ ਨੂੰ ਨਾਲ ਜੋੜਨ ਦੇ ਵਿੱਚ, ਜਿਹੜੀ ਕਹਿੰਦੇ ਸੀ ਮਤਲਬ ਅਕੇਲਾ ਮੋਦੀ ਸਭ ਤੇ ਭਾਰੀ, ਮਤਲਬ ਇੱਕ ਅਕੇਲਾ ਸਭ ਤੇ ਭਾਰੀ ਵਾਲਾ ਜਿਹੜਾ ਸਲੋਗਨ ਸੀ ਨਾ, ਉਹ ਛੱਡਣਾ ਪੈ ਰਿਹਾ, ਉਹ ਮਲਟੀਪਲ ਪਾਰਟੀਆਂ ਦੇ ਲਾਈਨ ਤੇ ਆਉਣਾ ਪੈ ਰਿਹਾ ਕਿਸੇ ਨਾ ਕਿਸੇ ਰੂਪ 'ਚ। ਇਸ ਲਈ ਬਦਲਦੇ ਹਾਲਾਤ ਦੇ ਵਿੱਚ ਇਹ ਚੀਜ਼ਾਂ ਉਧਰ ਨੂੰ ਜਾ ਰਹੀਆਂ ਨੇ, ਔਰ ਇਹ ਜਿਹੜੇ ਵੀ ਲੜਨ ਵਾਲੇ ਧਿਰ ਸੀ ਕਿਤੇ ਨਾ ਕਿਤੇ, ਜਿਵੇਂ ਮਮਤਾ ਬੈਨਰਜੀ ਪਹਿਲਾਂ ਖੜੀ ਹੋਈ ਤਾਂ ਤਮਾਮ ਗਵਰਨਰ ਦੇ ਰਾਹੀਂ ਉਹਨੂੰ ਤੰਗ ਪਰੇਸ਼ਾਨ ਕਰਨ ਦਾ ਸਭ ਦੇ ਸਾਹਮਣੇ ਇੱਕ ਤਰੀਕਾ ਸੀ ਜਿਸ ਲੈਵਲ ਦਾ ਕੀਤਾ। ਔਰ ਡੀਐਮਕੇ ਪਰਮਾਨੈਂਟ ਅਲਾਇੰਸ ਦੇ ਵਿੱਚ ਹੈ ਕਾਂਗਰਸ ਦੇ ਨਾਲ, ਤੇ ਉੱਥੇ ਇਹ ਪੰਗਾ ਪੈਂਦਾ। ਕੇਰਲਾ 'ਚ ਕਮਿਊਨਿਸਟ ਨੇ, ਰੀਜਨਲ ਗਰੁੱਪਾਂ ਦੇ ਵਿੱਚ YSR ਤੇ 15 ਸਾਲ ਹੋ ਗਏ ਨੇ, 15 ਸਾਲ ਤੋਂ ਜ਼ਿਆਦਾ ਹੋ ਗਏ ਨੇ, ਚੌਥੀ ਵਾਰ ਹੈ ਬਲਕਿ। ਜਿਹੜਾ ਉੜੀਸਾ ਵਾਲੇ ਚੀਫ ਮਿਨਿਸਟਰ, ਉੱਥੇ ਕੋਈ ਗਵਰਨਰ ਦਾ ਰੌਲਾ ਨਹੀਂ ਕਦੇ, ਕਿਉਂਕਿ ਉਹ ਥੋੜਾ ਜਿਹਾ ਇੰਡੀਪੈਂਡੈਂਟ ਵੀ ਹੈ। ਜਦ ਪਾਰਲੀਮੈਂਟ ਵਿੱਚ ਬੀਜੇਪੀ ਨੂੰ ਕਹਿ ਦਿੰਦੇ ਨੇ ਕਿ ਤੁਹਾਡੇ ਨਾਲ, ਤੇ ਉਧਰ ਵੀ ਵੋਟ ਪਾ ਦਿੰਦੇ ਨੇ ਕਿਸੇ ਨਾ ਕਿਸੇ ਰੂਪ 'ਚ। ਉੱਥੇ ਗਵਰਨਰ ਨਹੀਂ ਕਰ ਰਹੇ ਜਾਂ ਬਾਕੀ ਥਾਵਾਂ ਦੇ ਉੱਤੇ। ਇਸ ਕਰਕੇ ਪੋਲਿਟਿਕਸ ਦੀਆਂ ਜਿਹੜੀਆਂ ਨਿਟੀ-ਗ੍ਰਿਟੀ ਨੇ, ਉਹਦੇ ਬਹੁਤ ਜ਼ਿਆਦਾ ਕੰਪਲੀਕੇਟਡ ਚੀਜ਼ਾਂ ਨੇ। ਬਹੁਤ ਸਿੱਧਾ ਤੌਰ ਤੇ ਵੀ ਉਸ ਰੂਪ 'ਚ ਕਿਹਾ ਜਾ ਸਕਦਾ ਕਿ ਇਸ ਕਾਰਨ ਕਰਕੇ, ਇਕੱਲੇ ਇਸ ਕਾਰਨ ਕਰਕੇ ਕਰਦੇ ਨੇ, ਪਰ ਇਹਦੇ ਨਾਲ ਪੰਜਾਬ ਦੇ ਵਿੱਚ ਇੱਕ ਲਾਸ ਦਿਖਾਈ ਦੇ ਰਿਹਾ ਪੰਜਾਬ ਦੇ ਲੋਕਾਂ ਦਾ। ਜੇ ਟਕਰਾਅ ਲਗਾਤਾਰ ਜਾਰੀ ਰਹਿੰਦਾ ਗਵਰਨਰ ਤੇ ਉਹਦਾ, ਕੁਝ ਉਹ ਰੋਕ ਕੇ ਰੱਖਣਗੇ, ਕੁਝ ਉਹ ਕਰਨਗੇ, ਤੇ ਦੋਨਾਂ ਦੀ એનર્ਜੀ ਤੇ ਦੋਨਾਂ ਦਾ ਟਾਈਮ ਇਸ ਗੱਲ ਤੇ ਜੇਕਰ ਲੱਗਦਾ ਰਹੂਗਾ ਕਿ ਆਪਸੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ, ਤਾਂ ਉਹ ਇੰਨੀ ਲੰਮੀ ਮੀਟਿੰਗ ਤੇ ਇੰਨੀਆਂ ਪ੍ਰੈਸ ਕਾਨਫਰੰਸਾਂ ਮੈਨੂੰ ਲੱਗਦਾ ਬਾਕੀ ਕੰਮਾਂ ਤੇ ਤਾਂ ਨਹੀਂ ਹੁੰਦੀਆਂ, ਸਗੋਂ ਜਿਹੜੀਆਂ ਲੋਕਾਂ ਦੇ ਮਾਮਲੇ ਹੱਲ ਕਰਨ ਤੇ ਹੁੰਦੇ ਨੇ। ਆ ਮਜ਼ਦੂਰ ਜਥੇਬੰਦੀਆਂ 7 ਵਾਰ ਮੰਗ ਕਰਦੀਆਂ ਨੇ, ਮਿਨਿਸਟਰ ਤੇ ਚੀਫ ਮਿਨਿਸਟਰ ਮਿਲਦੇ ਨਹੀਂ, ਫਿਰ ਰੱਦ ਹੋ ਜਾਂਦੀਆਂ ਨੇ। ਉਹ ਜਿਹੜੇ ਲੋਕ ਧਰ ਰਹਿੰਦੇ ਰਹੇ ਨੇ, ਮੁਜ਼ਾਹਰੇ ਕਰ ਰਹੇ ਨੇ, ਉੱਥੇ ਤਾਂ ਨੈਗੋਸ਼ੀਏਸ਼ਨ ਤੁਸੀਂ ਪੁਲਿਸ ਦੇ ਰਾਹੀਂ ਕਰਦੇ ਹੋ, ਉਹਨਾਂ ਲਈ ਤੁਹਾਡੇ ਕੋਲ ਟਾਈਮ ਨਹੀਂ ਹੈ, ਤੇ ਦੂਜੀ ਲੜਾਈ ਲਈ ਟਾਈਮ ਕਿੱਥੋਂ ਆਉਂਦਾ ਫਿਰ? ਇਹ ਬਹੁਤ ਬੜੇ ਕੁਐਸਚਨ ਨੇ ਕਿ ਜੇ ਤੁਸੀਂ 3.5 ਕਰੋੜ ਲੋਕਾਂ ਦੇ ਨੁਮਾਇੰਦੇ ਹੋ ਤਾਂ ਤੁਸੀਂ ਲੋਕਾਂ ਨਾਲ ਰਾਬਤਾ ਰੱਖੋ, ਉਹਨਾਂ ਨਾਲ ਗੱਲ ਕਰੋ, ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਨਾਲ ਸੁਣੋ, ਗੱਲ ਕਰੋ। ਜੇ ਤੁਹਾਨੂੰ ਲੱਗਦਾ ਕਿ ਕੇਂਦਰ ਗਲਤ ਕਰ ਰਿਹਾ ਤਾਂ ਪਰ ਆਪਣੇ ਧੱਕੇ ਵੀ ਰੋਕੋ ਨੀਚੇ। ਜਿਹੜੀਆਂ ਭੰਗ ਕੀਤੀਆਂ ਪੰਚਾਇਤਾਂ ਤੇ, ਇਹਨਾਂ ਸਾਰੇ ਮਾਮਲਿਆਂ ਤੇ ਇੱਕ ਵੀ ਬਿਆਨ ਨਹੀਂ ਮੈਂ ਸੁਣਿਆ ਹਜੇ ਤੱਕ। ਪੰਚਾਇਤ ਯੂਨੀਅਨ ਉੱਥੇ ਵੀ ਚਲੀ ਗਈ ਹੈ ਕੋਰਟ ਦੇ ਵਿੱਚ, ਪਰ ਇਹਦੀ ਕੋਈ ਤਸੱਲੀ ਬਖਸ਼ ਜਵਾਬ ਇਹੀ ਕਹਿੰਦੇ ਕਿ ਅਸੀਂ ਵਾਜਬ ਗੱਲ ਕੀਤੀ ਹੈ, ਉਹਦੇ ਪਿੱਛੇ ਆਹ ਹਾਲਾਤ ਸੀ, ਪਬਲਿਕ ਇੰਟਰਸਟ ਇਹਦੇ 'ਚ ਇਹ ਹੈ, ਅਸੀਂ ਫੈਸਲਾ ਕਿਉਂ ਲਿਆ, ਇਹ ਲੋਕਾਂ ਨੂੰ ਤਾਂ ਜਾਣਕਾਰੀ ਦੇ ਦਿਓ ਤੁਸੀਂ, ਜਿਹੜੇ ਲੋਕ ਹੇਠਾਂ ਪੁੱਛ ਰਹੇ ਨੇ ਤੁਹਾਡੇ ਤੋਂ ਸਾਰੇ ਸਵਾਲ। ਤੇ ਇਹਦਾ ਮਤਲਬ ਇਹ ਹੈ ਕਿ ਰੀਅਲ ਸੈਂਸ 'ਚ ਕੋਈ ਵੀ ਧਿਰ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਨਹੀਂ ਚਾਹੁੰਦੀ, ਉਹ ਪਾਰਦਰਸ਼ੀ ਵੀ ਨਹੀਂ ਹੋਣਾ ਚਾਹੁੰਦੀ, ਉਹ ਆਪਣੇ ਆਪ ਨੂੰ ਦਰਸਾਉਣਾ ਚਾਹੁੰਦੀ ਹੈ ਕਿ ਮੈਂ ਲੋਕਾਂ ਦੇ ਪੱਖ 'ਚ ਆ, ਮੈਂ ਲੋਕ ਪੱਖੀ ਆ, ਤੇ ਮੈਂ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੀ ਹਾਂ। ਇਦੋਂ ਅੱਗੇ ਦੀ ਗੱਲ ਚੱਲ ਰਹੀ ਹੈ ਜੀ। ਸਰਦਾਰ ਜਗਤਾਰ ਸਿੰਘ ਜੀ, ਲਾਸਟ ਵਿੱਚ ਮੈਂ ਚਾਹੂੰਗਾ ਸਿਰਫ ਬਹੁਤ ਛੋਟਾ ਸੰਖੇਪ ਦੇ ਵਿੱਚ ਹੀ, ਕਿ ਕੀ ਮੁੱਖ ਮੰਤਰੀ ਨੂੰ ਇੱਕ ਵਿਧੀਵਤ ਜਵਾਬ ਲਿਖਤ ਵਿੱਚ ਨਹੀਂ ਸੀ ਦੇ ਦੇਣਾ ਚਾਹੀਦਾ ਇਸ ਸੰਕਟ ਨੂੰ ਟਾਲਣ ਲਈ? ਜਿਹੜੇ ਸਵਾਲ ਮੁੱਖ ਮੰਤਰੀ ਤੋਂ ਪੁੱਛਿਆ ਗਵਰਨਰ ਨੇ, ਜੇ ਉਹਨਾਂ ਦਾ ਜਵਾਬ ਚਲਾ ਵੀ ਜਾਵੇ, ਜੇ ਜਵਾਬ ਉਹ ਦੇ ਹੀ ਰਹੇ ਆ, ਤੱਥ ਪ੍ਰਸਤੁਤ ਕਰ ਹੀ ਰਹੇ, ਪੇਸ਼ ਕਰ ਰਹੇ ਨੇ ਪ੍ਰੈਸ ਕਾਨਫਰੰਸ ਵਿੱਚ, ਤੇ ਇੱਕ ਜਵਾਬ ਵਿਧੀਵਤ ਜੇ ਚਲ ਜਾਂਦਾ ਤੇ ਮੁਸ਼ਕਲ ਕੀ ਸੀ? ਲੇਕਿਨ ਦੂਜਾ ਸਵਾਲ ਵੀ ਇਹਦੇ ਨਾਲ ਹੀ ਆ ਕਿ ਕਦੇ ਕਦੇ ਬੰਦਾ ਰਾਤ ਦੇ ਹਨੇਰੇ ਹਨੂਰੇ 'ਚ ਵੀ ਕਿਤੇ 5 ਮਿੰਟ ਲਾ ਆਉਂਦਾ
ਜੇ ਪਰਦੇ ਉਹਲੇ ਚੈਨਲ ਜਿਹੜੇ ਅਕਸਰ ਚੱਲਦੇ ਰਹਿੰਦੇ ਆ ਉਹ ਬੰਦ ਕਿਉਂ ਹੋ ਗਏ, ਜਾਂ ਕਿਹਨਾਂ ਨੂੰ ਨਹੀਂ ਵਰਤਿਆ ਜਾ ਰਿਹਾ ਤਾਂ ਕਿ ਸੁਰਖੀ ਬਣਦੀ ਰਹੇ ਤੇ ਜਿਹੜੇ ਮੇਨ ਮੁੱਦੇ ਆ ਉਹਨਾਂ ਤੋਂ ਧਿਆਨ ਭਟਕਦਾ ਰਹੇ? ਗੱਲ ਹੈ, ਗਵਰਨਰ ਨੇ ਥ੍ਰੈਟ ਦੇ ਕੇ 356 ਦੀ ਸਿਚੁਏਸ਼ਨ ਪ੍ਰੈਸਿਪਿਟੇਟ ਕਰਤੀ ਹੈ। ਅਦਰਵਾਈਜ਼ ਗਵਰਨਰ ਦਾ ਰਾਈਟ ਹੈ ਕੰਸਟੀਟਿਊਸ਼ਨ ਦੇ ਅੰਡਰ ਵੀ ਜੇ ਇਨਫੋਰਮੇਸ਼ਨ ਮੰਗ ਰਹੇ ਹੈ ਤਾਂ ਸਰਕਾਰ ਨੂੰ ਦੇਣੀ ਪੈਣੀ ਹੈ। ਸੋ ਉਹ ਇਹ ਇਨਫੋਰਮੇਸ਼ਨ ਦੇਣ ਦੇ ਤੇ ਗੱਲ ਉਹ ਮੁੱਕ ਜਾਂਦੀ। ਗੱਲ ਦੋਵੇਂ ਪਾਸੇ ਵੱਧ ਰਹੀ ਹੈ। ਜਿਹੜੇ ਬਿੱਲ ਗਵਰਨਰ ਸਾਹਿਬ ਨੇ ਆਪਣੇ ਕੋਲੇ ਰੱਖੇ ਤੇ ਕਹਿ ਰਿਹਾ ਵੀ ਤੁਹਾਡਾ ਸੈਸ਼ਨ ਇਲੀਗਲ ਸੀ, ਪਹਿਲਾਂ ਲਿਖ ਕੇ ਦਿਓ ਵੀ ਤੁਸੀਂ ਸੈਸ਼ਨ ਇਲੀਗਲ ਸੀ, ਬਿੱਲ ਵਾਪਸ ਭੇਜੋ ਬਈ ਤੁਹਾਡਾ ਸੈਸ਼ਨ ਇਲੀਗਲ ਸੀ, ਇਸ ਕਰਕੇ ਮੈਂ ਬਿੱਲ ਵਾਪਸ ਭੇਜਦਾ। ਇਹ ਵਿੱਚ ਵਿਚਾਲੇ ਨਹੀਂ, ਇਸ ਤਰ੍ਹਾਂ ਨਹੀਂ ਗੱਲ ਚੱਲਦੀ। ਇਹ ਜਾਣ ਕੇ ਇੱਕ ਰੇੜਕਾ ਖੜਾ ਕੀਤਾ ਜਾ ਰਿਹਾ ਹੈ ਤਾਂ ਕਿ ਮੈਨੂੰ ਇਹ ਲੱਗ ਰਿਹਾ ਕਿ ਇਸ ਸਿਸਟਮ ਦੇ ਵਿੱਚ ਜਦੋਂ ਇਸ ਤਰ੍ਹਾਂ ਕਸ਼ਮਕਸ਼ ਚੱਲਦੀ ਹੈ ਉਹਦੇ 'ਚ ਜਿਹੜੀ ਬਿਊਰੋਕ੍ਰੇਸੀ ਹੈ ਉਹ ਫਿਰ ਥੋੜ੍ਹਾ ਜਿਹਾ ਸੇਫ ਪੋਜੀਸ਼ਨ ਆਪਣੀ ਲੈਣ ਲੱਗ ਪੈਂਦੀ ਹੈ। ਉਹ ਇਸ ਕੰਟਰਾਡਿਕਸ਼ਨ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਹੁੰਦੇ ਤੇ ਉਹਦੇ 'ਚ ਫਿਰ ਅਲਟੀਮੇਟਲੀ ਲੋਕ ਸਫਰ ਕਰਦੇ ਆ, ਗਵਰਨੈਂਸ ਸਫਰ ਕਰਦੀ ਹੈ। ਸੋ ਇਹ ਸਿਚੁਏਸ਼ਨ ਇਹਨਾਂ ਨੂੰ ਅਵਾਇਡ ਕਰਨੀ ਚਾਹੀਦੀ ਸੀਗੀ। ਇਹ ਬਿਲਕੁਲ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ, ਜਵਾਬ ਦੇਣਾ ਪੈਣਾ ਹੈ, ਦੇਣਾ ਚਾਹੀਦਾ ਨਹੀਂ, ਦੇਣਾ ਪੈਣਾ ਅੰਡਰ ਦੀ ਕੰਸਟੀਟਿਊਸ਼ਨ। ਲੇਕਿਨ ਜਦੋਂ ਗੱਲ 356 ਦੀ ਆ ਜਾਵੇ ਤੇ ਫਿਰ ਇਹ ਸਾਰੀ ਗੱਲ ਤੇ ਹੀ ਕੁਐਸਚਨ ਮਾਰਕ ਲੱਗ ਜਾਂਦਾ ਹੈ। ਫਿਰ ਲੜਾਈ ਬੜੀ ਸਿੱਧੀ ਹੋ ਜਾਂਦੀ ਹੈ ਵੀ ਜੇ ਇੱਥੇ ਹੀ ਲੜਾਈ ਲੜਦੀ ਹੈ ਫਿਰ ਅੱਜ ਲੜਾਈ ਇਸ ਫੀਲਡ ਦੇ ਵਿੱਚ ਵੀ ਲੜਦੇ ਨੇ। ਜੇ ਸਿਆਸੀ ਲੜਾਈ ਬਣਾਉਣੀ ਹੈ 356 ਦਾ ਮਤਲਬ ਬੜਾ ਸਿੱਧਾ ਹੈ ਕਿ ਲੜਾਈ ਸਿਆਸੀ ਰੂਪ ਧਾਰਨ ਕਰ ਰਹੀ ਹੈ। ਸਰਦਾਰ ਹਮੀਰ ਸਿੰਘ ਦੀ ਛੋਟੀ ਜੀ ਬਿਲਕੁਲ ਛੋਟੀ ਟਿੱਪਣੀ ਕਿ ਹੁਣ ਗਵਰਨਰ ਨੇ ਜਦੋਂ ਭਾਜੀ ਪਾਤੀ ਤਾਂ ਭਾਜੀ ਮੋੜਨੀ ਮੁੱਖ ਮੰਤਰੀ ਠੀਕ ਸਮਝਦੇ ਸੀ, ਉਹਨਾਂ ਨੇ ਜਵਾਬ ਦੇ ਦਿੱਤਾ। ਮਤਲਬ ਜੇ ਬਾਂਹ ਮਰੋੜ ਕੇ ਜਵਾਬ ਲੈਣਾ ਪੰਜਾਬੀ ਸੁਭਾਅ ਦੇ ਅਨੁਸਾਰ ਉਹ ਮਿਲਦਾ ਨਹੀਂ ਹੁੰਦਾ ਤੇ ਮੁੱਖ ਮੰਤਰੀ ਨੇ ਵੀ ਇਹੀ ਤਰੀਕਾ ਅਪਣਾਇਆ। ਗਵਰਨਰ ਕਹਿੰਦੇ ਮੇਰੀਆਂ ਚਿੱਠੀਆਂ ਦਾ ਇਸ ਵਾਰੀ ਵੀ ਜਵਾਬ ਨਾ ਆਇਆ ਤਾਂ ਫਿਰ 356 ਫੇਸ ਕਰਨ ਲਈ ਤਿਆਰ ਹੋ। ਤੇ ਮੁੱਖ ਮੰਤਰੀ ਜੇ ਇਸ ਗੱਲ ਤੇ ਜਵਾਬ ਦੇ ਦਿੰਦੇ ਆ ਤਾਂ ਪੰਜਾਬੀਆਂ ਦੇ ਸੁਭਾਅ ਅਨੁਸਾਰ ਉਹ ਥੱਲੇ ਲੱਗ ਜਾਂਦੇ ਤੇ ਉਹ ਥੱਲੇ ਲੱਗਣਾ ਨਹੀਂ ਚਾਹੁੰਦੇ। ਇਸ ਸਿਚੁਏਸ਼ਨ ਦਾ ਰਾਹ ਰਸਤਾ ਕੀ ਹੋਵੇ? ਨਾ ਕੋਈ ਨਹੀਂ, ਪੰਜਾਬੀ ਨੇ ਉਹੀ ਮੁੱਖ ਮੰਤਰੀ ਕੇਜਰੀਵਾਲ ਦੇ ਅੰਦਰ ਕਿਉਂ ਲੱਗਿਆ ਬੈਠਾ ਫਿਰ? ਤੇ ਉਹਨਾਂ ਨੂੰ ਚਾਹੀਦਾ ਕਿ ਉੱਪਰਲੀ ਦਿੱਲੀ ਦੇ ਇੱਥੇ ਬੈਠੇ ਸਾਰੇ ਜਿਹੜਾ ਲਾਟ ਹੈ ਉਹਨੂੰ ਵਾਪਸ ਭੇਜ ਦੇ। ਟੋਟਲ ਜਿਹੜਾ ਕੱਲੇ ਮੀਡੀਆ ਨੂੰ ਚੈੱਕ ਕਰ ਰਿਹਾ, ਜਿਹੜਾ ਕੱਲੇ ਨੂੰ ਇੰਨੀਆਂ ਤਨਖਾਹਾਂ ਤੇ ਰੱਖੇ ਨੇ, ਦਿੱਲੀ ਵਾਲਾ ਜਿਹੜਾ ਪੈਟਰਨ ਆਇਆ ਹੋਇਆ ਹੈ ਪੰਜਾਬ ਦੇ ਵਿੱਚ, ਤਾਂ ਪੰਜਾਬੀ ਪ੍ਰਾਈਡ ਉੱਥੇ ਝਲਕਣਾ ਚਾਹੀਦਾ ਤੇ ਉਹਨਾਂ ਨੂੰ ਵਾਪਸ ਭੇਜ ਦੇਣਾ ਚਾਹੀਦਾ। ਦੂਜੀ ਗੱਲ, ਇਹ ਇੰਡੀਵਿਜੂਅਲ ਕੁਐਸਚਨ ਨਹੀਂ ਹੈ, ਇਹ ਫਿਊਡਲ ਮਾਈਂਡ ਸੈਟ ਦਾ ਕੁਐਸਚਨ ਨਹੀਂ ਹੁੰਦੀ। ਡੈਮੋਕ੍ਰੇਸੀ ਜਦੋਂ ਤੁਸੀਂ ਆਉਂਦੇ ਹੋ ਤਾਂ ਤੁਸੀਂ ਲੋਕਾਂ ਦੇ ਹਿੱਤ ਨੂੰ ਦੇਖ ਕੇ ਆਪਣੀ ਈਗੋ ਛੱਡ ਕੇ ਫੈਸਲੇ ਕਰਦੇ ਹੋ। ਮੈਨੂੰ ਲੱਗਦਾ ਕਿ ਜਦੋਂ ਸੁਪਰੀਮ ਕੋਰਟ ਦੀ ਉਹ ਜੱਜਮੈਂਟ ਆ ਗਈ ਸੀ, ਜਦੋਂ ਸੈਸ਼ਨ ਬੁਲਾ ਰਿਹਾ ਸੀ, ਗਵਰਨਰ ਨੂੰ ਬੁਲਾਉਣਾ ਪਿਆ, ਉਦੋਂ ਵੀ ਜੇ ਇਹ ਈਗੋ ਵੀ ਮੈਨੇਜ ਕਰਨੀ ਸੀ ਤਾਂ ਇਹ ਉਦੋਂ ਜਿੱਤ ਹੋ ਗਈ ਸੀ ਇੱਕ ਵਾਰ। ਉਦੋਂ ਬਾਅਦ ਲੈਜਿਸਲੇਟਿਵ ਠੀਕ ਕਰ ਲੈਂਦੇ ਤਾਂ ਚੱਲੀ ਜਾਂਦਾ ਕੰਮ। ਈਗੋ ਦਾ ਤਾਂ ਕੋਈ ਰਸਤਾ ਹੀ ਨਹੀਂ ਆਏਗਾ, ਕੋਈ ਕਦੇ ਹਰ ਵਾਰ ਉਸੇ ਤਰੀਕੇ ਨਾਲ ਚੱਲਿਆ ਜਾਏਗਾ। ਫਿਰ ਤੁਸੀਂ ਅਨਫਿਟ ਹੋ ਉਹਨਾਂ ਚੀਜ਼ਾਂ ਦੇ ਲਈ। ਜੇ ਈਗੋ ਹੈ ਤਾਂ ਲੜੋ ਗਵਰਨਰ ਦੇ ਖਿਲਾਫ ਦਸਤਾਵੇਜ਼ ਬਣਾ ਕੇ, ਜਿਵੇਂ ਗਵਰਨਰ ਤੁਹਾਡੇ ਖਿਲਾਫ ਦਸਤਾਵੇਜ਼ ਬਣਾ ਰਿਹਾ ਹੈ। ਜੂਨੀਅਰ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੂੰ ਮਿਲਿਓ ਕਦੇ ਜਾ ਕੇ ਕਿ ਆਹ ਚੀਜ਼ਾਂ ਨੇ ਜੀ ਦੱਸੋ, ਜਾਂ ਤਾਂ ਜੇ ਉਹ ਫਿਰ ਵੀ ਸੈਂਸਰ ਕਰਨਗੇ ਫਿਰ ਉਦੋਂ ਬਾਅਦ ਤੁਹਾਡੇ ਕੋਲ ਪੋਲੀਟੀਕਲ ਲੜਾਈ ਬਚਦੀ ਹੈ ਵੀ ਮੈਂ ਉੱਥੇ ਵੀ ਕਹਿ ਚੱਕਿਆ ਆਹ ਚੀਜ਼ਾਂ ਨੇ, ਆਹ ਇਤਰਾਜ਼ ਨੇ, ਆਹ ਟਾਂਗੜ ਆਈ ਹੈ। ਤੇ ਤੁਸੀਂ ਤਾਂ ਇੱਕ ਵਾਰ ਵੀ ਜਿੰਨੇ ਵਾਰ ਮਿਲਦੇ ਹੋ ਕਦੇ ਸਾਨੂੰ ਦੱਸਿਆ ਗਿਆ ਚੀਫ ਮਿਨਿਸਟਰ ਨੇ ਕਿ ਮੈਂ ਸ਼ਿਕਾਇਤ ਕੀਤੀ ਹੈ ਗਵਰਨਰ ਦੀ? ਮੈਂ ਬਾਕੀ ਜਗ੍ਹਾ ਕਹਿ ਕੇ ਆਇਆ ਇਹ ਚੀਜ਼ਾਂ, ਤੁਸੀਂ ਤਾਂ ਸ਼ਿਕਾਇਤ ਕਰਨ ਤੋਂ ਵੀ ਜਾ ਰਹੇ ਹੋ ਉਸ ਪਾਸੇ। ਅਸਲ 'ਚ ਪੋਲੀਟੀਸ਼ੀਅਨ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਲੋਕ ਮੂਰਖ ਨੇ। ਵੋਟਾਂ ਦੇ ਆਧਾਰ ਦੇ ਉੱਤੇ ਹੀ ਅਸੀਂ ਫੈਸਲੇ ਕਰਨੇ ਨੇ। ਮੈਂ ਵਾਹਵਾ ਖੱਟਣੀ ਹੈ, ਵਾਹਵਾ ਕਿਹੜੇ ਮੁੱਦੇ 'ਚ ਮਿਲਦੀ ਹੈ? ਬਿਨਾਂ ਕੰਮ ਕੀਤੇ, ਬਿਨਾਂ ਗੱਲਬਾਤ ਕੀਤੇ। ਪ੍ਰੋਬਲਮ ਸੋਲਵ ਕਰਨ ਨਾਲ ਵਾਹਵਾ ਲਾਓਗੇ ਤਾਂ ਅਲੱਗ ਗੱਲ ਹੈ, ਪ੍ਰੋਬਲਮ ਕ੍ਰੀਏਟ ਰੱਖਣਾ ਲਗਾਤਾਰ, ਇਹਦੇ ਰਾਹੀਂ ਵਾਹਵਾ ਦਲੇਰੀ ਦੀ ਕੱਟਣ ਦੀ ਟਰਾਈ ਕਰੋਗੇ ਤਾਂ ਇਹ ਮੇਰਾ ਵੀ ਖਿਆਲ ਨਾ ਇਹ ਪੰਜਾਬ ਦੇ ਹਿੱਤ 'ਚ, ਨਾ ਪੰਜਾਬੀ ਪ੍ਰਾਈਡ ਦੇ, ਨਾ ਪੰਜਾਬੀ ਸੁਭਾਅ ਦੇ ਹਿੱਤ 'ਚ। ਔਰ ਬੜੇ ਵਾਰੀ ਨਹੀਂ ਹੈ ਤੇ ਨਾ ਪੰਜਾਬੀ ਪ੍ਰਾਈਡ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਉਹਨੇ ਸੰਧੀਆਂ ਵੀ ਕਿੰਨੀਆਂ ਕੀਤੀਆਂ ਤੇ ਉਹਨੇ ਬਾਕੀ ਚੀਜ਼ਾਂ ਵੀ ਕਿੰਨੀਆਂ ਕੀਤੀਆਂ, ਸਭ ਦੇ ਸਾਹਮਣੇ ਹੈ। ਪੰਜਾਬੀ ਪ੍ਰਾਈਡ ਗੁਰੂਆਂ ਦੀ ਫਿਲਾਸਫੀ ਤੋਂ ਹੈ। ਗੁਰੂਆਂ ਨੇ ਲੜਾਈਆਂ ਵੀ ਕਿੰਨੀਆਂ ਕੀਤੀਆਂ ਤੇ ਜਦੋਂ ਮੌਕੇ ਆਏ ਸਮਝੌਤੇ ਵੀ ਕੀਤੇ ਤੇ ਜ਼ਫਰਨਾਮੇ ਵੀ ਲਿਖੇ ਨੇ ਉਸ ਸਾਰੇ ਮਾਮਲਿਆਂ ਦੇ ਵਿੱਚ। ਅਸੀਂ ਕਿਹੜੇ ਪੰਜਾਬੀ ਪ੍ਰਾਈਡ ਦੀ ਗੱਲ ਕਰਦੇ ਹਾਂ ਉਸ ਮਾਮਲੇ ਦੇ ਵਿੱਚ? ਇਸ ਲਈ ਪੰਜਾਬੀ ਪ੍ਰਾਈਡ ਦੇ ਵਿੱਚ ਨਾਲ ਅਕਲ ਵੀ ਹੈ, ਨਾਲ ਸੋਚ ਵੀ ਹੈ, ਲੋਕਾਂ ਦਾ ਇੰਟਰਸਟ ਵੀ ਹੈ ਤੇ ਇੱਕ ਕਿਰਦਾਰ ਵੀ ਹੈ। ਇਹਨਾਂ ਚੀਜ਼ਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਏਗਾ। ਸਰਦਾਰ ਜਗਤਾਰ ਸਿੰਘ ਜੀ, ਆਖਰੀ ਗੱਲ। ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਡਟ ਕੇ ਇੱਕ ਸਟੈਂਡ ਲੈਣਾ ਪੈਣਾ, ਲੋਕਾਂ ਨੂੰ ਨਾਲ ਲੈ ਕੇ। ਤੇ 350 ਚਿੱਠੀਆਂ ਦਾ ਜਵਾਬ ਤਾਂ ਦੇ ਦਿਓ, ਉਹਦਾ ਕੋਈ ਰੌਲਾ ਨਹੀਂ ਗਾ, ਲੇਕਿਨ ਜਿਹੜਾ 356 ਦੀ ਵਾਰਨਿੰਗ ਆ ਜਾਏ ਉਹਦਾ ਜਵਾਬ ਫਿਰ ਪੋਲੀਟੀਕਲ ਲੈਵਲ ਤੇ ਹੀ ਦੇਣਾ ਪੈਣਾ।
ਤੇ ਉਹ ਡਟ ਕੇ ਇਹਨਾਂ ਨੂੰ, ਉਹ ਅੱਜ ਵੀ ਇਹਨਾਂ ਨੇ ਜਵਾਬ ਨਹੀਂ ਦਿੱਤਾ। ਜਵਾਬ ਸਿਰਫ ਜੀ। ਇਹ ਨਹੀਂ ਹੈ ਕਿ ਮੈਂਡੇਟ ਮੇਰੇ ਕੋਲੇ ਹੈ, ਮੈਂਡੇਟ ਤੁਹਾਡੇ ਕੋਲੇ ਹੈਗਾ, ਕੋਈ ਰੌਲਾ ਨਹੀਂ। ਜਦੋਂ ਲੋਕਾਂ ਨੂੰ ਨਾਲ ਲੈਣਾ ਫਿਰ ਲੋਕਾਂ ਨੇ ਕੰਮ ਵੀ ਕਰਨੇ ਪੈਣੇ ਹੈ, ਤੇ ਉਹ ਬਿਲਕੁਲ ਬੇਸਿਕ ਇਸ਼ੂ ਹੈ। ਉਹ ਲੜਾਈ ਫਿਰ ਕੇਂਦਰ ਦੇ ਨਾਲ ਹੈ, ਸਿਰਫ ਗਵਰਨਰ ਤੱਕ ਬਹਾਨਾ ਹੈ ਮੀਡੀਅਮ ਦਾ। ਕਿ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਜੀ ਨੂੰ ਇੱਕ ਵਾਰੀ ਪੂਰੀ ਸਟੇਟ ਦੇ ਵਿੱਚ ਇੱਕ ਵੱਡੀ ਕਾਨਫਰੰਸ ਜਾਂ ਰੈਲੀ ਨਹੀਂ ਕਰਨੀ ਚਾਹੀਦੀ, ਜਿਹੜੀ ਅੱਜ ਤੱਕ ਇਹਨਾਂ ਨੇ 1.5 ਸਾਲ ਹੋ ਗਿਆ ਕਿਤੇ ਵੀ ਸ਼ਕਤੀ ਪ੍ਰਦਰਸ਼ਨ ਨਹੀਂ ਕੀਤਾ, ਔਰ ਇਸ ਗੱਲ ਨੂੰ ਪੋਲੀਟੀਕਲ ਮੰਚ ਤੇ ਘੱਟੋ ਘੱਟ ਲੱਖ ਬੰਦਾ ਜਾਂ ਇਸ ਤੋਂ ਵੀ ਵੱਧ ਬੰਦਾ ਇਕੱਠਾ ਕਰਕੇ ਪੰਜਾਬੀਆਂ ਦੀ ਏਕਤਾ 3.5 ਕਰੋੜ ਦੇ ਕੁਝ ਨੁਮਾਇੰਦੇ ਤਾਂ ਦਿਖਾਉਣੇ ਚਾਹੀਦੇ ਆ। ਆਖਿਰ ਪਹਿਲਾਂ ਤਾਂ ਆਪਣੀ ਪਾਰਟੀ ਸਟਰਕਚਰ ਪ੍ਰੋਪਰ ਬਣਾਉਣ, ਜਿਹੜਾ ਲੋਕਾਂ ਦੇ ਨਾਲ ਰਾਬਤਾ ਰੱਖੇ। ਉਹ ਰਾਬਤਾ ਜਿਹੜੀ ਸਿਆਸੀ ਰੂਲਿੰਗ ਪਾਰਟੀ ਹੁੰਦੀ ਹੈ, ਇਹਦਾ ਹੌਲੀ ਹੌਲੀ ਰਾਬਤਾ ਖਤਮ ਹੋ ਜਾਂਦਾ ਹੈ, ਖਾਸ ਕਰਕੇ ਜਦੋਂ ਸਿਕਿਉਰਿਟੀ ਵਾਲੇ ਵਿੱਚ ਲੈ ਆਉਨੇ ਤੇ ਉਹ ਲੋਕਾਂ ਨੂੰ ਇਹਨਾਂ ਦੇ ਮਿਲ ਨਹੀਂ ਦਿੰਦੇ। ਭਗਵੰਤ ਮਾਨ ਦੇ ਕਰਕੇ ਐਕਸੈਸ ਹੈ ਕਿ ਆਮ ਆਦਮੀ ਜਾ ਕੇ ਮਿਲ ਸਕਦਾ। ਯੂਨੀਅਨਾਂ ਧਰਨਾ ਮਾਰ ਕੇ ਬੈਠੀਆਂ ਰਹਿੰਦੀਆਂ ਸੰਗਰੂਰ ਕਿ ਸਾਨੂੰ ਟਾਈਮ ਲੈ ਕੇ ਦਿਓ ਸੀਐਮ ਨੂੰ ਮਿਲਣ ਦਾ। ਸੀਐਮ ਸਾਹਿਬ ਕੋਲ ਤਾਂ ਟਾਈਮ ਹੀ ਹੈ ਨਹੀਂਗਾ। ਲੋਕ ਤਾਂ ਮੋਬਿਲਾਈਜ਼ ਹੋਣਗੇ, ਨਾਲ ਲੱਗਣਗੇ, ਜੇ ਤੁਹਾਡਾ ਲੋਕਾਂ ਦੇ ਨਾਲ ਰਾਬਤਾ ਹੈ। ਸਿਆਸੀ ਲੜਾਈ ਬਿਨਾਂ ਰਾਬਤੇ ਤੋਂ ਨਹੀਂ ਲੜੀ ਜਾਂਦੀ। ਇਹ ਨੁਕਸ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦੇ ਵਿੱਚ ਇੱਕ ਬਹੁਤ ਵੱਡਾ ਹੈ। ਸੋ ਜਦ ਤੱਕ ਇਹ ਰੈਕਟੀਫਾਈ ਨਹੀਂ ਹੁੰਦਾ, ਇਹ ਲੋਕਾਂ ਨੂੰ ਮੋਬਿਲਾਈਜ਼ ਨਹੀਂ ਕਰ ਸਕਦੇ। ਭਾਵੇਂ ਕਾਨਫਰੰਸ ਕਰ ਲੈਣ ਲੱਖ ਬੰਦੇ ਦੀ, ਉਹਦਾ ਮੀਨਿੰਗ ਕੋਈ ਨਹੀਂ। ਲੋਕਾਂ ਨੂੰ ਜਿਹੜਾ ਇੱਕ ਜਜ਼ਬਾ ਭਰਨਾ ਹੁੰਦਾ ਹੈ ਲੜਾਈ ਲੜਨ ਦਾ, ਉਹ ਫਿਰ ਜਿਹੜੇ ਲੋਕਾਂ ਦੇ ਵਿੱਚ ਰਹੋਗੇ ਤਾਂ ਭਰਿਆ ਜਾਂਦਾ ਹੈ। ਇੱਕ ਏਜੰਡਾ ਲੈ ਕੇ ਚੱਲਿਆ ਜਾਂਦਾ ਹੈ ਕਿ ਸਾਡਾ ਨਿਸ਼ਾਨਾ ਇਹ ਹੈ। ਪੰਜਾਬ ਪਹਿਲਾਂ ਇਹੋ ਜਿਹਾ ਬਹੁਤ ਕੁਝ ਦੇਖ ਚੁੱਕਿਆ ਹੈ। ਸਰਦਾਰ ਹਰਮੀਤ ਸਿੰਘ ਜੀ, ਜੇ ਦਿੱਲੀ ਦੇ ਵਿੱਚ ਘੱਟੋ ਘੱਟ ਸ਼ਕਤੀ ਪ੍ਰਦਰਸ਼ਨ ਕੀਤਾ ਹੁੰਦਾ, ਲੋਕਾਂ ਦੀ ਇੱਕ ਮੂਵਮੈਂਟ ਬਣਾਈ ਹੁੰਦੀ, ਤੇ ਪੰਜਾਬ ਦੇ ਵਿੱਚ ਸ਼ਾਇਦ ਥੋੜੀ ਝਿਜਕ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਤੁਹਾਨੂੰ ਲੱਗਦਾ ਕਿ ਇਹ ਹੁਣ ਸ਼ੁਰੂਆਤ ਇਹ ਕਰ ਦੇਣੀ ਚਾਹੀਦੀ? ਬਹੁਤ ਸੰਖੇਪ ਚ ਪਤਾ ਨਹੀਂ ਕਰਨਗੇ ਕਿ ਨਹੀਂ। ਇਹਦੇ ਨਾਲ ਕੀ ਹੋਣਾ ਹੈ, ਮਤਲਬ ਪਾਰਟੀ ਸਟਰਕਚਰ ਕੋਈ ਨਹੀਂ ਹੈ, ਸਰਕਾਰ ਹੈ, ਸਰਕਾਰ ਦੇ ਆਸਰੇ ਕਰ ਵੀ ਲੈਂਦੇ ਨੇ, ਪਰ ਜਦੋਂ ਬਿਨਾਂ ਸਰਕਾਰ ਕਰਨ ਦੀ ਲੋੜ ਪੈਂਦੀ ਹੈ ਉਦੋਂ ਦੀ ਗੱਲ ਹੁੰਦੀ ਹੈ। ਉਹ ਲੜਾਈ ਕਾਹਦੇ ਤੇ ਕਰਨਗੇ? ਦਿੱਲੀ ਦੇ ਵਿੱਚ ਕੋਈ ਇਸ਼ੂ ਲੈਣਗੇ ਨਾ, ਫਿਰ ਇੱਕ ਲੜਾਈ ਵਿਧੀਵਤ ਵਿੱਢਣੀ ਪੈਂਦੀ ਹੈ। ਇੱਕ ਲੜਾਈ ਕਰਕੇ ਤੁਸੀਂ ਰੈਲੀ ਕਰਕੇ ਬਹਿ ਜਾਓ, ਉਹ ਨਾ ਸੁਣਨ ਤਾਂ ਉਹਦੀ ਕੰਟੀਨਿਊਟੀ ਵੀ ਤਾਂ ਚਾਹੀਦੀ ਹੈ ਨਾ ਫਿਰ ਲੜਾਈ ਦੀ। ਤੇ ਉਹ ਕੰਟੀਨਿਊਟੀ ਬਣਾਉਣ ਲਈ ਤਿਆਰ ਨੇ। ਉਸ ਲੈਵਲ ਦੀ ਓਡੀ ਵੱਡੀ ਲੜਾਈ ਲੜਨ ਲਈ, ਓਡਾ ਖਿੱਚਣ ਲਈ ਫਿਰ ਜੇਲ੍ਹ 'ਚ ਵੀ ਜਾਣਾ ਪਊ, ਗ੍ਰਿਫਤਾਰ ਵੀ ਹੋ ਸਕਦੇ ਨੇ ਬੜੇ ਬੜੇ ਬੰਦੇ। ਗਵਰਨਮੈਂਟ ਉੱਥੇ ਐਵੇਂ ਥੋੜੀ ਬੈਠੀ, ਉਹ ਸਟ੍ਰੈਟਜੀ ਬਣਾ ਲੇ ਵੀ ਇਹਨਾਂ ਨੂੰ ਬੰਦ ਕਰੋ। ਜਿਹੜੇ ਮੇਨ ਲੀਡਰ ਨੇ ਕਿੰਨੇ ਜੇਲ੍ਹ ਜਾਣ ਲਈ ਤਿਆਰ ਨੇ। ਉਹਦੇ ਲਈ ਇੱਕ ਅਲੱਗ ਇਰਾਦਾ ਵੀ ਚਾਹੀਦਾ ਹੁੰਦਾ ਨਾ, ਮੂਵਮੈਂਟ ਲਈ, ਮੋਰਚਾ ਲਾਉਣ ਲਈ, ਵੱਡੀ ਐਜੀਟੇਸ਼ਨ ਲਈ। ਹਾਂ, ਤੁਹਾਡੀ ਗੱਲ ਠੀਕ ਹੈ। ਨਹੀਂ, ਹੁਣ ਤਾਂ ਕਾਲੀ ਵੀ ਤਿਆਰ ਨਹੀਂ ਜੇਲ੍ਹ ਜਾਣ ਵਾਸਤੇ। ਇਹਨਾਂ ਦੀ ਤਾਂ ਗੱਲ ਛੱਡੋ, ਉਹਨਾਂ ਦਾ ਸੁਭਾਅ ਸੀ ਜੇਲ੍ਹ ਜਾਣ ਦਾ, ਹੁਣ ਤਾਂ ਉੱਥੇ ਵੀ ਖਤਮ ਹੋ ਗਿਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।